सुनत साध के पथ हर खाए, तुम साधन परलोक कमाए। मानव जन्म कृतार्थ कीनो, फेर न फेरा होए जग कीनो। चौबई सुनत साध के पथ हर खाए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ। ਗੁਰੂ ਪਿਆਰੇ, ਗੁਰੂ ਸਵਾਰੇ, ਗੁਰੂ ਕੇ ਪ੍ਰੇਮ ਵਾਲੀ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਅੰਤਰਯਾਮੀ ਦੀ ਬੇਅੰਤ ਹੀ ਬੇਅੰਤ ਕਿਰਪਾ ਹੋ ਰਹੀ ਹੈ। ਸਾਹਿਬ ਜੀ ਦੀ ਕਿਰਪਾ ਸਦਕਾ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਲੋਕ ਪਰਲੋਕ ਦੇ ਰੱਖਿਅਕ ਦੋ ਜਹਾਨ ਵਾਲੀ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ਼ਹੀਦਾਂ ਤਲਣ ਸਾਹਿਬ ਵਿਖੇ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸੰਧਿਆ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਸੰਗੀਤ ਦੇ ਨਿਯਮਾਂ ਦੇ ਮੁਤਾਬਕ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ। ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਨੰਦ ਮਾਣਿਆ ਹੈ। ਹੁਣ ਸਤਿਗੁਰੂ ਜੀ ਦੇ ਪਵਿੱਤਰ ਅਸਥਾਨਾਂ ਉੱਤੇ ਚੱਲ ਰਹੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਆਓ ਬੜੇ ਪਿਆਰ ਦੇ ਨਾਲ ਜੋ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੋਹਣਾ ਸੁੰਦਰ ਆਨੰਦਮਈ ਇਤਿਹਾਸ ਚੱਲ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਦੇ ਵਿੱਚੋਂ ਜੀਵਨ ਘਟਨਾਵਾਂ ਜੀਵਨ ਚਰਿੱਤਰਾਂ ਨੂੰ ਸਰਵਣ ਕਰਕੇ ਆਨੰਦ ਮਾਣੀਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੱਖਣ ਦੇਸ਼ ਦੇ ਵੱਲ ਚੜ੍ਹੇ ਹੋਏ ਆ ਖਾਲਸਾ ਫੌਜਾਂ ਦੇ ਨਾਲ ਸਿੰਘਾਂ ਦੇ ਨਾਲ। ਰਸਤੇ ਵਿੱਚ ਕਿਤੇ ਕਿਤੇ ਬਹਾਦਰ ਸ਼ਾਹ ਨਾਲ ਮੇਲ ਹੋ ਜਾਂਦਾ ਹੈ, ਕਿਤੇ ਬਹਾਦਰ ਸ਼ਾਹ ਪਹਿਲਾਂ ਚਲਿਆ ਜਾਂਦਾ ਹੈ, ਕਿਤੇ ਸਤਿਗੁਰੂ ਸਾਹਿਬ ਜੀ ਪਹਿਲਾਂ ਚਲੇ ਜਾਂਦੇ ਹਨ। ਇਸ ਪ੍ਰਕਾਰ ਬਹਾਦਰ ਸ਼ਾਹ ਵੀ ਦੱਖਣ ਦੇਸ਼ ਨੂੰ ਚੱਲਿਆ ਹੋਇਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਰਾਜਪੂਤਾਨੇ ਦੇ ਵਿੱਚੋਂ ਹੁੰਦੇ ਹੋਏ ਬੁਰਹਾਨਪੁਰ ਨਗਰ ਵਿਖੇ ਪਹੁੰਚੇ ਹਨ। ਇਸ ਬੁਰਹਾਨਪੁਰ ਨਗਰ ਦੀਆਂ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦਾ ਅੱਗੇ ਆ ਕੇ ਬੜਾ ਭਾਰੀ ਸਵਾਗਤ ਕੀਤਾ। ਸਤਿਗੁਰੂ ਜੀ ਦਾ ਸਵਾਗਤ ਕਰਕੇ ਆਪਣੇ ਨਗਰ ਵਿੱਚ ਸੰਗਤਾਂ ਲੈ ਕੇ ਗਈਆਂ। ਇਹਨਾਂ ਸੰਗਤਾਂ ਨੇ ਬੜੀ ਭਾਵਨਾ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਇੱਥੇ ਪਹੁੰਚਣ ਤੋਂ 1 ਸਾਲ ਪਹਿਲਾਂ ਹੀ ਇੱਕ ਬਹੁਤ ਸੁੰਦਰ ਘਰ ਬਣਾ ਕੇ ਰੱਖਿਆ ਹੋਇਆ ਸੀ। ਭਾਵਨਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹਦੇ ਵਿੱਚ ਆ ਕੇ ਨਿਵਾਸ ਕਰਨ। ਤਾਪਤੀ ਨਦੀ ਦੇ ਕਿਨਾਰੇ ਵਸੇ ਹੋਏ ਇਸ ਬੁਰਹਾਨਪੁਰ ਨਗਰ ਵਿੱਚ ਸਤਿਗੁਰੂ ਜੀ ਨੇ ਸੋਹਣਾ ਸਥਲ ਦੇਖ ਕੇ, ਉੱਚਾ ਦਮਦਮਾ ਦੇਖ ਕੇ, ਦਮ ਲੈਣ ਵਾਲੀ ਜਗ੍ਹਾ ਦੇਖ ਕੇ ਟਿਕਾਣਾ ਕੀਤਾ। ਇੱਥੇ ਬਹੁਤ ਸਾਰੀਆਂ ਗੁਰਮੁਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰਿਆਂ ਹਿੱਤ ਨਿੱਤਾ ਪ੍ਰਤੀ ਪਹੁੰਚਣ ਲੱਗੀਆਂ। ਦੋਏ ਵੇਲੇ ਗੁਰੂ ਕੀ ਸੰਗਤ ਜੁੜਦੀ, ਦੀਵਾਨ ਸਜਦੇ, ਬਹੁਤ ਸਾਰੀਆਂ ਭੇਟਾਵਾਂ ਲੈ ਕੇ ਸੰਗਤਾਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ। ਕਿਉਂਕਿ ਸਾਧ ਸੰਗਤ ਜੀ, ਧਰਮ ਗ੍ਰੰਥਾਂ ਦਾ ਇਹ ਨਿਯਮ ਹੈ ਕਿ ਗੁਰੂ ਸਾਹਿਬ ਦੇ ਕੋਲੇ ਜਾਈਏ ਤੇ ਕਦੇ ਵੀ ਖਾਲੀ ਹੱਥ ਨਹੀਂ ਜਾਈਦਾ। ਕਿਸੇ ਸਾਧੂ ਮਹਾਤਮਾ ਕੋਲੇ ਜਾਈਏ ਕਦੇ ਖਾਲੀ ਹੱਥ ਨਹੀਂ ਜਾਈਦਾ। ਰਾਜ ਵੈਦ ਗੁਰ ਜੋਤਸੀ ਇਨਕੇ ਪਾਸ ਜੋ ਜਾਏ, ਖਾਲੀ ਹੱਥ ਨਾ ਜਾਈਏ ਫਲ ਦੀਏ ਫਲ ਪਾਏ। ਧਰਮ ਗ੍ਰੰਥ ਕਹਿੰਦੇ ਹਨ, ਰਿਕਤ ਪਾਨ ਨਹੀਂ ਪਰਸੀਐ, ਭੂਪ ਭਿਖਕ ਗੁਰਦੇਵ, ਫਲ ਦੀਏ ਫਲ ਪਾਈਐ, ਫਲੈ ਨਾ ਫਲ ਬਿਨ ਸੇਵ। ਕੁਝ ਨਾ ਕੁਝ ਭੇਟਾ ਰੱਖੀਏ ਗੁਰੂ ਚਰਨਾਂ ਵਿੱਚ, ਖਾਲੀ ਹੱਥ ਨਾ ਜਾਈਏ ਤੇ ਸਤਿਗੁਰੂ ਦੇ ਘਰੋਂ ਵੀ ਝੋਲੀਆਂ ਭਰ ਕੇ ਆਈਦਾ ਹੈ। ਸੋ ਇਹ
ਧਰਮ ਗ੍ਰੰਥਾਂ ਦਾ, ਸ਼ਾਸਤਰਾਂ ਦਾ, ਵੇਦਾਂ ਦਾ ਇਹ ਨਿਯਮ ਹੈ। ਸਾਧੂ ਮਹਾਤਮਾ ਕੋਲੇ, ਵੈਦ ਕੋਲੇ, ਗੁਰੂ ਸਾਹਿਬ ਕੋਲੇ ਜਾਈਏ ਤਾਂ ਕੁਝ ਨਾ ਕੁਝ ਭੇਟਾ, ਤਿਲ ਫੁੱਲ ਜੋ ਮਰਜ਼ੀ ਲੈ ਜਾਓ, ਜ਼ਰੂਰ ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ ਹੈ ਪ੍ਰੇਮ ਭੇਟਾ ਦੇ ਵਜੋਂ। ਇਹ ਬਹੁਤ ਸਾਰੀਆਂ ਸੰਗਤਾਂ ਵੀ ਨਿਤਾ ਪ੍ਰਤੀ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੀਆਂ ਹਨ। ਇੱਕ ਸਾਧ ਸੰਗਤ ਇਸ ਨਗਰ ਦੇ ਵਿੱਚ ਬਹੁਤ ਲੰਮੀ ਉਮਰ ਦਾ ਬਜ਼ੁਰਗ ਸਾਧੂ ਮਹਾਤਮਾ ਰਹਿੰਦਾ ਹੈ। ਉਹਨਾਂ ਨੇ ਜਦੋਂ ਇਹ ਖਬਰ ਸੁਣੀ ਆਪਣੇ ਕੰਨੀ ਕਿ ਸਤਿਗੁਰੂ ਸਾਹਿਬ ਜੀ 10ਵੇਂ ਪਾਤਸ਼ਾਹ ਬੁਰਹਾਨਪੁਰ ਦੀ ਧਰਤੀ ਉੱਤੇ ਚਰਨ ਪਾ ਰਹੇ ਹਨ, ਤਾਂ ਸਾਧ ਸੰਗਤ ਇਹ ਬੜਾ ਗਦਗਦ ਹੋਇਆ, ਬੜਾ ਪ੍ਰਸੰਨ ਹੋਇਆ, ਮਾਨੋ ਵੀ ਇਹਦੇ ਅੰਮ੍ਰਿਤ ਘੁਲ ਗਿਆ ਕੰਨਾਂ ਦੇ ਵਿੱਚ ਇਹ ਖਬਰ ਸੁਣ ਕੇ। ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਦੀਦਾਰਿਆਂ ਨੂੰ ਉਸੇ ਵੇਲੇ ਚੱਲ ਪਿਆ। ਆਪਣੇ ਆਸ਼ਰਮ ਡੇਰੇ ਵਿੱਚੋਂ ਨਿਕਲ ਕੇ ਜਿਸ ਜਗ੍ਹਾ ਸਤਿਗੁਰੂ ਜੀ ਦੀਵਾਨ ਵਿੱਚ ਸੁਸ਼ੋਭਿਤ ਹਨ, ਦੂਰੋਂ ਇਹਦੀ ਨਜ਼ਰ ਪਈ। ਸਤਿਗੁਰੂ ਜੀ ਦਾ ਸੂਰਜ ਵਾਂਗ ਚਮਕਦਾ ਦਮਕਦਾ ਚਿਹਰਾ ਤੱਕਿਆ। ਉਮਰ ਬੜੀ ਵਡੇਰੀ ਹੋ ਚੁੱਕੀ ਹੈ ਸਾਧੂ ਦੀ, ਡੋਲਦੇ ਕਦਮਾਂ ਦੇ ਨਾਲ ਨੇਤਰਾਂ ਵਿੱਚੋਂ ਨੀਰ ਵਹਿੰਦਾ। ਸਤਿਗੁਰੂ ਦਾ ਪ੍ਰੇਮ ਹਿਰਦੇ ਵਿੱਚ ਹੈ। ਸਤਿਗੁਰੂ ਜੀ ਵੱਲ ਨੂੰ ਜਾ ਰਿਹਾ। ਦੂਰੋਂ ਦੇਖ ਡੰਡੌਤ ਕਰ, ਦੂਰੋਂ ਹੀ ਦੇਖ ਕੇ ਡੰਡੌਤ ਕਰ ਦਿੱਤੀ, ਨਮਸਕਾਰ ਕਰ ਦਿੱਤੀ, ਧਰਤੀ ਉੱਤੇ ਲੰਮਾ ਪੈ ਗਿਆ। ਮਨ ਵਿੱਚ ਇਹ ਭਾਵਨਾ ਆਈ ਕਿ ਮੈਂ ਸਤਿਗੁਰੂ ਜੀ ਦੇ ਚਰਨ ਫੜ ਰੱਖੇ ਹੈ। ਉਧਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਪਤਾ ਲੱਗਿਆ, ਨਿਗਾਹ ਪਈ ਸਾਹਮਣੇ, ਆਪਣੇ ਬਿਰਧ ਨੂੰ ਸੰਭਾਲਦਿਆਂ ਹੋਇਆਂ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਵੀ ਦਰਬਾਰ ਵਿੱਚੋਂ, ਸੰਗਤ ਦੇ ਵਿੱਚੋਂ ਉੱਠ ਕੇ ਵਾਹੋ ਦਾਹੀ ਚੱਲ ਪਏ। ਜਾ ਕੇ ਇਹ ਸਾਧੂ ਨੂੰ ਆਪਣੇ ਦੋਵਾਂ ਹੱਥਾਂ ਦੇ ਨਾਲ ਉੱਪਰ ਉਠਾਇਆ, ਖੜਾ ਕੀਤਾ, ਗਲ ਦੇ ਨਾਲ ਲਾ ਲਿਆ, ਛਾਤੀ ਨਾਲ ਲਾ ਲਿਆ। ਸਤਿਗੁਰੂ ਜੀ ਬੜੇ ਆਦਰ ਨਾਲ ਦੀਵਾਨ ਵਿੱਚ ਲੈ ਕੇ ਆਏ, ਸਤਿਕਾਰ ਦੇ ਸਹਿਤ ਆਪਣੇ ਕੋਲ ਬਿਠਾਇਆ। ਸਤਿਗੁਰੂ ਕਹਿੰਦੇ, ਮਹਾਤਮਾ ਜੀ ਬੜੇ ਪਿਆਰ ਵਾਲੇ ਹੋ, ਇੱਕ ਗੱਲ ਦੱਸੋ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿਕ ਵਿਕਾਰ ਤੁਹਾਡੇ ਨਾਸ਼ ਹੋ ਗਏ ਹਨ ਨਾਮ ਜਪ ਜਪ ਕੇ, ਜਾਂ ਹਾਲੇ ਇਹਨਾਂ ਦੇ ਬੰਧਨਾਂ ਵਿੱਚ ਹੀ ਫਿਰਦੇ ਹੋ? ਉਸ ਵੇਲੇ ਮਹਾਤਮਾ ਨੇ ਕੁਝ ਬੋਲਿਆ ਨਾ ਗਿਆ। ਥੋੜ੍ਹਾ ਦੇਰ ਰੁਕ ਕੇ ਕਹਿਣ ਲੱਗੇ, ਕਹਿੰਦੇ ਮਹਾਰਾਜ ਆਪ ਜੀ ਦੀ ਜਿਸ ਉੱਤੇ ਕਿਰਪਾ ਹੋਵੇ, ਆਪ ਜੀ ਦਾ ਨਾਮ ਜਪੇ ਜਿਹੜਾ, ਹਉਮੈ ਦਾ ਮਨ ਵਿੱਚੋਂ ਨਾਸ਼ ਹੋ ਜਾਵੇ। ਹਉਮੈ ਦੇ ਕਰਕੇ ਸਾਰੇ ਵਿਕਾਰ ਉਪਜਦੇ ਆ, ਤੇ ਫਿਰ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਇਹਨਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਆਪ ਜੀ ਦੀ ਕਿਰਪਾ ਦੇ ਨਾਲ ਬੜਾ ਬਚਾਅ ਹੈ। ਫਿਰ ਸਾਧੂ ਦੱਸਣ ਲੱਗਾ, ਮਹਾਰਾਜ ਜਦੋਂ ਆਪ ਜੀ ਦਾ ਆਗਮਨ ਹੋਇਆ ਪਟਨਾ ਸ਼ਹਿਰ ਵਿਖੇ ਭਵ ਲਿਓ, ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧੋਬੜੀ ਸਾਹਿਬ ਸਨ, ਬ੍ਰਹਮਪੁੱਤਰ ਨਦੀ ਦੇ ਕਿਨਾਰੇ। ਮੈਂ ਵੀ ਉਹਨਾਂ ਦੇ ਕੋਲ ਦਰਸ਼ਨ ਕਰਨ ਪਹੁੰਚਿਆ ਹੋਇਆ ਸੀ। ਬੜੀਆਂ ਮਹਾਰਾਜ ਖੁਸ਼ੀਆਂ ਕੀਤੀਆਂ। ਗੁਰੂ ਮਹਾਰਾਜ ਨੇ ਵੀ ਰਾਜੇ ਬਿਸ਼ਨ ਸਿੰਘ ਦੀ ਮਦਦ 'ਤੇ ਗਏ ਸੀ। ਸਤਿਗੁਰੂ ਰਾਜੇ ਬਿਸ਼ਨ ਸਿੰਘ ਦੀਆਂ ਸਾਰੀਆਂ ਫੌਜਾਂ ਨੇ ਵੀ ਬੜੇ ਨਗਾਰੇ ਵਜਾਏ, ਬੜਾ ਪੁੰਨਦਾਨ ਕੀਤਾ ਗਿਆ ਆਪ ਜੀ ਦੇ ਜਨਮ 'ਤੇ। ਮੈਂ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕਿ ਮਹਾਰਾਜ ਜਿਸ ਬਾਲਕ ਦੇ ਜਨਮ ਦੇ ਉੱਤੇ ਇੰਨੀਆਂ ਖੁਸ਼ੀਆਂ ਮੰਗਲ ਹੋਏ ਹਨ, ਉਹ ਬਾਲਕ ਕੌਣ ਹੈ, ਕੈਸਾ ਉਹਨਾਂ ਦਾ ਜੀਵਨ ਹੋਵੇਗਾ? ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਤੋ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਸ ਵੇਲੇ ਆਖਿਆ ਕਿ ਸੰਤ ਜੀ, ਇਹ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਲੈ ਕੇ ਅਕਾਲ ਦੇ ਸੁੱਤ, ਅਕਾਲ ਦੇ ਪੁੱਤਰ ਆਪ ਦੁਸ਼ਟ ਦਮਨ ਧਰਤੀ ਦੇ ਉੱਤੇ ਆਏ ਆ। ਸਾਡੇ ਘਰੇ ਤਾਂ ਸਾਡੀ 40 ਸਾਲਾਂ ਤੋਂ ਉੱਪਰ ਉਮਰ ਹੋ ਗਈ ਸੀ, ਕੋਈ ਬੱਚਾ ਬੱਚੀ ਜਨਮਿਆ ਨਹੀਂ ਸੀ। ਇੰਨੀ ਉਮਰ ਦੇ ਵਿੱਚ ਵਾਹਿਗੁਰੂ ਨੇ ਪ੍ਰਸੰਨ ਹੋ ਕੇ ਸਾਨੂੰ ਆ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਔਰ ਇਹ ਬੜੇ ਮਹਾਬਲੀ ਹੋਣਗੇ, ਬੜੇ ਜੰਗਾਂ ਯੁੱਧਾਂ ਦੇ ਵਿੱਚ ਦੁਸ਼ਮਣਾਂ ਨੂੰ ਹਰਾਉਣਗੇ, ਔਰ ਇਸ ਧਰਤੀ ਦੇ ਉੱਤੇ ਤੀਸਰਾ ਪੰਥ ਖਾਲਸਾ ਪੰਥ ਪ੍ਰਗਟ ਕਰਨਗੇ। ਤੇ ਸੰਤ ਜੀ, ਤੁਹਾਨੂੰ ਉਹਨਾਂ ਦੇ ਦਰਸ਼ਨ ਕਰਨ ਜਾਣ ਦੀ ਲੋੜ ਨਹੀਂ ਹੈ।
ਤੁਸੀਂ ਜਾਓ ਆ ਦੱਖਣ ਦਿਸ਼ਾ ਦੇ ਵਿੱਚ ਕਿਸੇ ਨਦੀ ਦੇ ਕਿਨਾਰੇ ਕਿਤੇ ਸੋਹਣੀ ਜਗ੍ਹਾ ਦੇਖ ਕੇ ਤਪੱਸਿਆ ਕਰੋ, ਰੱਬ ਦਾ ਨਾਮ ਜਪੋ, ਤੁਹਾਨੂੰ ਆਪਣੇ ਆਪ ਉੱਥੇ ਆ ਕੇ ਦਰਸ਼ਨ ਦੇਣਗੇ। ਗੁਰੂ ਮਹਾਰਾਜ ਅੱਜ ਮੇਰੇ ਪੂਰਬਲੇ ਭਾਗ ਜਾਗੇ ਹੈ, ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਮੈਨੂੰ ਆ ਕੇ ਦਰਸ਼ਨ ਦੇ ਕੇ ਨਿਹਾਲ ਕੀਤਾ, ਕਿਰਤ ਕਰ ਦਿੱਤਾ ਹੈ। ਹੁਣ ਸਤਿਗੁਰੂ ਜੀ ਮੇਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜਿੱਥੇ ਹੋਰ ਸੰਗਤਾਂ ਦੀਆਂ ਭਾਵਨਾ ਪੂਰੀਆਂ ਕਰਦੇ ਹੋ, ਮਹਾਰਾਜ ਕਿਰਪਾ ਕਰੋ ਮੇਰੇ ਡੇਰੇ ਦੇ ਵਿੱਚ ਵੀ ਆਪ ਚਰਨ ਪਾਓ ਆ ਕੇ। ਮੈਂ ਸਾਰੀਆਂ ਸੰਗਤਾਂ ਦੇ ਸਮੇਤ ਆਪ ਜੀ ਦਾ ਭੋਜਨ ਪ੍ਰਸ਼ਾਦਾ ਤਿਆਰ ਰੱਖਾਂਗਾ, ਖਾਲਸੇ ਨੂੰ ਵੀ ਲੈ ਕੇ ਆਓ, ਆਪ ਵੀ ਆਓ, ਅਤੇ ਆ ਬੁਰਹਾਨਪੁਰ ਜਾਂ ਨੇੜੇ ਤੇੜੇ ਦੀਆਂ ਜਿੰਨੀਆਂ ਸੰਗਤਾਂ, ਸਾਰੀਆਂ ਸੰਗਤਾਂ ਨੂੰ ਖੁੱਲ੍ਹਾ ਸੱਦਾ, ਸਾਰੇ ਮੇਰੇ ਡੇਰੇ ਆ ਕੇ ਭੋਜਨ ਛਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਹਿੰਦੇ, ਸੰਤ ਜੀ ਅਸੀਂ ਜ਼ਰੂਰ ਆਵਾਂਗੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਸਾਧੂ ਦੀ ਬੇਨਤੀ ਨੂੰ ਮੰਨ ਰਹੇ ਹਨ, ਉਹਦੇ ਮਨ ਦੀ ਭਾਵਨਾ ਦੇਖ ਕੇ ਬੜੇ ਪ੍ਰਸੰਨ ਹੋ ਰਹੇ ਹਨ। ਸੋ ਜਿਵੇਂ ਸਤਿਗੁਰੂ ਜੀ ਸੰਗਤਾਂ ਦੇ ਸਮੇਤ ਉਸ ਦੇ ਡੇਰੇ ਜਾ ਕੇ ਭੋਜਨ ਪ੍ਰਸ਼ਾਦਾ ਛਕਦੇ ਹਨ, ਸੋ ਆਓ ਬੜੇ ਪਿਆਰ ਦੇ ਨਾਲ ਅੱਗੇ ਜਿਵੇਂ ਕਥਾ ਆ ਰਹੀ ਹੈ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਸੁਨਤ ਸਾਧ ਕੇ ਬਚਨ ਪਛ ਰਖਾਈ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਬੁਰਹਾਨਪੁਰ ਦੀ ਧਰਤੀ ਦੇ ਉੱਤੇ ਉਸ ਸਾਧੂ ਦੇ ਮਹਾਤਮਾ ਦੇ ਪਿਆਰ ਵਾਲੇ ਬੰਦਗੀ ਵਾਲੀ ਰੂਹ ਵਾਲੇ ਮਹਾਤਮਾ ਜੀ ਦੇ ਬਚਨ ਸੁਣ ਕੇ ਬੜੇ ਹਿਰਦੇ ਵਿੱਚ ਖੁਸ਼ ਹੋਏ। ਕਹਿਣ ਲੱਗੇ, ਹੇ ਸਾਧੂਓ, ਹੇ ਸੰਤ ਜੀ, ਤੁਸੀਂ ਲੋਕ ਅਤੇ ਪਰਲੋਕ ਦੀ ਕਮਾਈ ਕਰ ਲਈ ਹੈ। ਆ ਮਨੁੱਖਾ ਜਨਮ ਤੁਸੀਂ ਬੰਦਗੀ ਕਰ ਕਰਕੇ ਰੱਬ ਦਾ ਨਾਮ ਜਪ ਜਪ ਕੇ ਕ੍ਰਿਤ ਕਰ ਲਿਆ ਹੈ, ਨਿਹਾਲ ਹੋ ਗਏ ਹੋ, ਸਫਲਾ ਕਰ ਲਿਆ ਹੈ। ਮਹਾਰਾਜ ਬਚਨ ਕਰਦੇ ਆ, ਕਹਿੰਦੇ ਇਹ ਗੱਲ ਨਿਸ਼ਚੈ ਕਰਕੇ ਜਾਣ ਲਓ, ਤੁਹਾਡਾ ਸੰਸਾਰ ਵਿੱਚ ਮੁੜ ਕੇ ਫੇਰਾ ਨਹੀਂ ਹੋਵੇਗਾ, ਭਾਵ ਮੁਕਤ ਹੋ ਜਾਓਗੇ। ਕਿਉਂਕਿ ਤੁਸੀਂ ਹਰ ਪ੍ਰਕਾਰ ਦੇ ਵਿਕਾਰਾਂ ਨੂੰ, ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ ਛੱਡ ਕੇ ਇਹਨਾਂ ਦਾ ਤਿਆਗ ਕਰਕੇ ਆਪਣੇ ਮਨ ਨੂੰ ਉਜਲਾ ਸਾਫ਼ ਸਵੱਛ ਕੀਤਾ ਹੈ। ਫਿਰ ਮਨ ਨੂੰ ਸਿਰਫ ਸਾਫ਼ ਹੀ ਨਹੀਂ ਕੀਤਾ, ਇਹ ਸਾਫ਼ ਹੋਏ ਮਨ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰੰਗ ਪੱਕਾ ਕਰਕੇ ਲਾਇਆ ਹੋਇਆ ਹੈ। ਲਾਲ ਰੰਗ ਤਿਸ ਕੋ ਲੱਗੈ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਪਹਿਲਾਂ ਤਾਂ ਮਨ ਨੂੰ ਸਾਫ਼ ਕਰਨਾ, ਚਿੱਟਾ ਕਰਨਾ। ਜੇ ਵਸਤਰ ਸਾਫ਼ ਹੋਊਗਾ ਤਾਂ ਹੀ ਗੁਰੂ ਪਿਆਰੇ ਉਹਦੇ 'ਤੇ ਰੰਗ ਚੜੂਗਾ ਨਾ। ਜੇ ਪਹਿਲਾਂ ਹੀ ਮੈਲਾ ਹੈ, ਉਹਦੇ ਵਿੱਚ ਮੈਲ ਭਰੀ ਹੋਈ ਆ, ਤੇ ਉਹਨੂੰ ਰੰਗ ਕੀ ਚੜ੍ਹਨਾ। ਇਸੇ ਤਰ੍ਹਾਂ ਮਨ ਨੂੰ ਪਹਿਲਾਂ ਪਵਿੱਤਰ ਕਰਨਾ। ਸਤਿਗੁਰ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਦੇ ਵਿੱਚ ਵੀ ਬਚਨ ਕਰਦੇ ਹਨ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਕਹਿੰਦੇ ਕੋਈ ਕੱਪੜਾ ਪਲੀਤ ਹੋ ਜਾਵੇ ਗੰਦਗੀ ਦੇ ਨਾਲ, ਮਲ ਮੂਤਰ ਆਦਿਕ ਦੇ ਨਾਲ, ਤੇ ਉਹਨੂੰ ਸਾਬਣ ਲਾ ਕੇ ਉਜਲਾ ਕਰ ਲਈਦਾ, ਧੋ ਲਈਦਾ ਹੈ। ਇਸੇ ਤਰ੍ਹਾਂ ਜਿਹੜੀ ਮੱਤ ਪਾਪਾਂ ਨਾਲ ਭਰੀ ਹੋਈ ਹੈ, ਇਹਨੂੰ ਸਾਫ਼ ਕਰਨ ਦਾ ਤਰੀਕਾ ਕੀ ਹੈ? ਭਰੀਐ ਮੱਤ ਪਾਪਾਂ ਕੈ ਸੰਗ, ਉਹ ਧੋਪੈ। ਪਹਿਲਾਂ ਉਹਨੂੰ ਧੋਈਏ, ਸਾਫ਼ ਕਰੀਏ, ਫਿਰ ਨਾਵੈ ਕੈ ਰੰਗ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਨਾਲ ਜਾਂ ਪ੍ਰੇਮ ਰੰਗ ਦੇ ਵਿੱਚ ਉਹਨੂੰ ਰੰਗ ਲਈਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਹੇ ਸੰਤ ਜੀ, ਤੁਸੀਂ ਮਨ ਨੂੰ ਪਵਿੱਤਰ ਸਾਫ਼ ਵੀ ਕੀਤਾ ਹੈ, ਤੇ ਸਤਿਨਾਮ ਵਾਹਿਗੁਰੂ ਦਾ ਰੰਗ ਵੀ ਇੱਥੇ ਪੱਕਾ ਚਾੜ ਲਿਆ ਹੈ। ਔਰ ਇਹ ਪ੍ਰੇਮ ਦਾ ਰੰਗ ਐਸਾ ਰੰਗ ਹੈ ਜਿਹੜਾ ਕਦੇ ਉਤਰਦਾ ਨਹੀਂ। ਨਾਮ ਰੰਗ ਕਦੇ ਉਤਰ ਨਾ ਜਾਏ, ਇਹ ਕਦੇ ਉਤਰਦਾ ਨਹੀਂ, ਬਹੁਤ ਗਾੜਾ ਰੰਗ ਹੈ। ਔਰ ਇਹ ਪੁਰਾਣਾ ਵੀ ਨਹੀਂ ਹੁੰਦਾ।
ਬਲਕਿ ਦਿਨ ਪ੍ਰਤੀ ਦਿਨ ਇਹ ਪ੍ਰੇਮ ਰੰਗ ਵੱਧਦਾ ਹੀ ਰਹਿੰਦਾ ਹੈ। ਪ੍ਰਭ ਬਸ ਕਰਿਓ ਪ੍ਰੇਮ ਤੇ ਜਿਨੈ ਜਿਨ੍ਹਾਂ ਨੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਪ੍ਰੇਮ ਦੇ ਨਾਲ ਵਸ ਕੀਤਾ ਹੈ। ਕਿਉਂਕਿ ਉਹ ਵਾਹਿਗੁਰੂ ਨੂੰ ਵਸ ਕਰਨ ਦਾ ਤਰੀਕਾ ਗੁਰਬਾਣੀ ਵਿੱਚ ਸਤਿਗੁਰੂ ਜੀ ਦੱਸਦੇ ਆ, ਨਾ ਤੂੰ ਆਵੈ ਵਸ ਬਹੁਤ ਘਣਾਵਣੇ, ਨਾ ਤੂੰ ਆਵੈ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ। ਸਭ ਕੋ ਤੇਰਾ ਵਸ ਆਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਉਹ ਭਗਤਾਂ ਦੇ ਵਸ ਵਿੱਚ ਆਉਂਦਾ ਹੈ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ। ਭਗਤ ਰਵਿਦਾਸ ਜੀ ਕਹਿੰਦੇ, ਹੇ ਵਾਹਿਗੁਰੂ, ਜੇ ਸਾਨੂੰ ਜੀਵਾਂ ਨੂੰ ਤੂੰ ਆ ਮਾਇਆ ਦੇ ਬੰਧਨਾਂ ਦੇ ਵਿੱਚ, ਮੋਹ ਦੇ ਬੰਧਨਾਂ ਦੇ ਵਿੱਚ ਬੰਨ੍ਹ ਕੇ ਰੱਖਦਾ, ਕਹਿੰਦੇ ਅਸੀਂ ਵੀ ਤਰੀਕਾ ਲੱਭ ਲਿਆ ਤੈਨੂੰ ਬੰਨਣ ਦਾ। ਜੋ ਤੁਮ ਬਾਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਧੇ। ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ। ਕਹਿੰਦੇ ਮਹਾਰਾਜ ਸਾਨੂੰ ਮੋਹ ਦੇ ਵਿੱਚ ਬੰਨ੍ਹਦੇ ਹੋ, ਅਸੀਂ ਤਾਂ ਤੁਹਾਡਾ ਨਾਮ ਜਪ ਕੇ ਛੁੱਟ ਗਏ ਆ। ਹੁਣ ਅਸੀਂ ਆ ਪ੍ਰੇਮ ਦੀਆਂ ਡੋਰਾਂ ਪਾ ਕੇ, ਪ੍ਰੇਮ ਦੇ ਬੰਧਨ ਪਾ ਕੇ ਤੁਹਾਨੂੰ ਬੰਨ੍ਹ ਲਿਆ। ਤੁਸੀਂ ਆਪਣੇ ਛੁੱਟਣ ਦਾ ਯਤਨ ਕਰੋ। ਹੁਣ ਤੁਸੀਂ ਕਿਵੇਂ ਛੁੱਟੋਗੇ? ਭਾਵ ਪ੍ਰੇਮ ਦੇ ਵਿੱਚ ਤੁਹਾਨੂੰ ਜਕੜ ਲਿਆ, ਹੁਣ ਤੁਸੀਂ ਪਾਸੇ ਨਹੀਂ ਜਾ ਸਕਦੇ ਸਾਡੇ ਤੋਂ। ਔਰ ਦਸ਼ਮੇਸ਼ ਪਿਤਾ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਇਹੀ ਬਚਨ ਕੀਤੇ ਹੈ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ। ਬਾਸ ਕੀਓ ਬਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇੱਕੋ ਹੀ ਤਰੀਕਾ ਉਹ ਵਾਹਿਗੁਰੂ ਨੂੰ ਪਾਉਣ ਦਾ, ਪ੍ਰਾਪਤ ਕਰਨ ਦਾ, ਉਹ ਹੈ ਪ੍ਰੇਮ ਦਾ ਮਾਰਗ। ਸੋ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਵੀ ਬਚਨ ਕਰ ਰਹੇ ਨੇ, ਪ੍ਰਭ ਬਸ ਕਰਿਓ ਪ੍ਰੇਮ ਤੇ ਜਿਨੈ। ਜਿਨ੍ਹਾਂ ਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਵਾਹਿਗੁਰੂ ਨੂੰ ਬੰਨ੍ਹ ਲਿਆ, ਵਾਹਿਗੁਰੂ ਨੂੰ ਆਪਣੇ ਵਸ ਵਿੱਚ ਕਰ ਲਿਆ ਪ੍ਰੇਮ ਨਾਲ। ਤਿਨ ਕੋ ਕਹਿਓ ਨਾ ਕਿਉ ਹਮ ਮਨੈ, ਕਹਿੰਦੇ ਉਹਨਾਂ ਦਾ ਕਿਹਾ ਹੋਇਆ ਅਸੀਂ ਕਿਉਂ ਨਹੀਂ ਮੰਨਾਂਗੇ। ਜਾਂਤੀ ਨਿਤ ਆਏ ਸੋ ਅਨੁਸਾਰੀ, ਇਸ ਕਰਕੇ ਨਿੱਤਾ ਪ੍ਰਤੀ ਆਗਿਆ ਦੇ ਮੁਤਾਬਕ ਕਿਉ ਨਾ ਆਏ ਤੁਮ ਸਦਨ ਮਜਾਰੀ। ਅਸੀਂ ਸਾਰੀਆਂ ਸੰਗਤਾਂ ਦੇ ਜਾਣੇ ਆ ਤੇ ਤੁਹਾਡੇ ਘਰ ਕਿਉਂ ਨਹੀਂ ਆਵਾਂਗੇ? ਜ਼ਰੂਰ ਆਵਾਂਗੇ। ਇਤਿਆਦਿਕ ਬਲ ਕੈ ਸੁਨ ਕਰਕੇ, ਇਤਿਆਦਿਕ ਗੱਲਾਂ ਬਾਤਾਂ ਬਚਨ ਬਿਲਾਸ ਕਰਕੇ ਸੁਣ ਕੇ ਗਇਓ ਸੰਤ ਔਰ ਆਨੰਦ ਧਰ ਕੇ। ਸੰਤ ਬੜਾ ਖੁਸ਼ ਹੋਇਆ, ਬੜਾ ਹਿਰਦੇ ਵਿੱਚ ਪ੍ਰਸੰਨਤਾ ਧਾਰ ਕੇ ਚਲਿਆ ਗਿਆ। ਘਰ ਮੈਂ ਜਾਏ ਪਿਆਰ ਕਰ ਪੂਰਨ, ਆਪਣੇ ਘਰ, ਆਪਣੇ ਡੇਰੇ ਆਸ਼ਰਮ ਦੇ ਵਿੱਚ ਜਾ ਕੇ ਤੁਰੰਤ ਹੀ ਤਿਆਰੀਆਂ ਸ਼ੁਰੂ ਕੀਤੀਆਂ। ਨਾਨਾ ਸੌਜਨ ਭੋਜਨ ਪੂਰਨ, ਅਨੇਕਾਂ ਪ੍ਰਕਾਰ ਦਾ ਸਾਜੋ ਸਮਾਨ ਲਿਆ ਕੇ ਭੋਜਨ ਤਿਆਰ ਕਰਵਾਇਆ। ਸੋਭਕਾਰ ਬਹੁਤ ਚਤੁਰ ਲਗਾਏ, ਬਹੁਤ ਚਾਤਰ ਸਿਆਣੇ ਸਿਆਣੇ ਵਧੀਆ ਜਿਹੜੇ ਪਕਵਾਨ ਤਿਆਰ ਕਰ ਸਕਦੇ ਹੋਣ, ਇਹੋ ਜਿਹੇ ਸੂਪਕਾਰ, ਇਹੋ ਜਿਹੇ ਰਸੋਈਏ ਹਲਵਾਈ ਲਾਏ। ਸੋ ਬੜਾ ਪ੍ਰੇਮ ਦੇ ਨਾਲ ਭੋਜਨ ਤਿਆਰ ਕਰਵਾਇਆ। ਖਟ ਰਸ ਸਵਾਦ ਅਨੇਕ ਬਣਾਈ, ਖਟ ਰਸ, ਛੇ ਰਸ, ਸਾਧ ਸੰਗਤ ਜੀ, ਛੇ ਰਸਾਂ ਦੇ ਸਵਾਦ ਵਾਲੇ, ਖੱਟਾ, ਮਿੱਠਾ, ਲੂਣਾ, ਮਿੱਠਾ, ਤੁਰਸ਼ ਇਤਿਆਦਿਕ ਸਾਰੇ ਤਰ੍ਹਾਂ ਦੇ ਜਿਹੜੇ ਸਵਾਦ ਹੈ, 6 ਪ੍ਰਕਾਰ ਦੇ ਰਸਾਂ ਦੇ ਸਵਾਦ ਦੇ ਭੋਜਨ ਤਿਆਰ ਕਰਵਾਏ। ਦਧੀ ਦੁਗਧ ਮਿਠਾਨ ਪਨੀਰੀ, ਦਹੀਂ, ਦੁੱਧ, ਹੋਰ ਮਿੱਠੇ ਪਦਾਰਥ ਬਹੁਤ ਜ਼ਿਆਦਾ। ਸੁਰਸ਼ਾਈ ਜੁਤ ਅਸਨ ਬਟੇਰੀ, ਥੋੜੇ ਤਿੱਖੇ ਵੀ, ਖੱਟੇ ਵੀ, ਇਤਿਆਦਿਕ ਜਿਹੜੇ ਅਸਨ ਖਾਣ ਵਾਲੇ ਭੋਜਨ ਹਨ ਉਹ ਤਿਆਰ ਕਰਵਾਏ। ਦਾਲ ਮਸਾਲੇ ਜਾਲ ਮਸਾਲੇ, ਔਰ ਬਹੁਤ ਸਾਰੇ ਮਸਾਲੇ ਇਤਿਆਦਿਕ ਪਾ ਕੇ, ਸਵਾਦ ਸੁਗੰਧਿਤ ਬਹੁ ਰਸ ਨਾਲੀ, ਔਰ ਬਹੁਤ ਹੀ ਸਵਾਦ, ਬੜੀਆਂ ਸੁਗੰਧੀਆਂ ਵਾਲੇ ਤੇ ਬੜੇ ਰਸਦਾਇਕ ਜਾਨ ਦਿਵਸ ਜਗ ਸੂਰਜ ਆਯੂ। ਇਤਿਆਦਿਕ ਭੋਜਨ ਪ੍ਰਸ਼ਾਦਾ ਤਿਆਰ ਕਰਵਾ ਕੇ ਜਦੋਂ ਸਾਧ ਸੰਗਤ ਜੀ ਸੂਰਜ ਇੱਕ ਪਹਿਰ ਚੜ ਗਿਆ, ਹੀਤ ਕਾਰਨ ਸਾਧ ਸਦਾਇਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੁਲਾ ਕੇ ਲਿਆਉਣ ਵਾਸਤੇ ਸਾਧੂ ਚੱਲਿਆ। ਹਰ ਬੰਧਨ ਕੋ ਤਰੰਗ ਚੜਾਈ,
ਆ ਕੇ ਪਹੁੰਚਿਆ, ਸਤਿਗੁਰੂ ਜੀ ਨੂੰ ਨਮਸਕਾਰ ਕੀਤੀ, ਬੇਨਤੀਆਂ ਕੀਤੀਆਂ। ਸਤਿਗੁਰੂ ਜੀ ਨੇ ਜਿਹਨੂੰ ਘੋੜੇ ਤੇ ਸਵਾਰ ਕਰਵਾ ਲਿਆ। ਸੰਗ ਖਾਲਸਾ ਦਲ ਸੁਮਦਾਈ ਨਾਲ ਹੀ ਸਾਰਾ ਜਿੰਨਾ ਖਾਲਸਾ ਦਲ ਹੈ ਸਤਿਗੁਰੂ ਜੀ ਦੇ ਚੱਲ ਪਿਆ। ਅਮਰ ਚਲੇ ਸਗ ਸੰਗਤ ਸਾਰੀ ਹੋਰ ਵੀ ਜਿੰਨੀ ਸੰਗਤ ਹੈ ਉਹ ਵੀ ਨਾਲ ਨਾਲ ਚੱਲ ਪਈ। ਧਾਰ ਕਾਮਨਾ ਸਾਧਕਾਰੀ ਇਹ ਸਾਧ ਨੇ, ਸਾਧੂ ਮਹਾਤਮਾ ਨੇ ਬੜੀ ਕਾਮਨਾ ਧਾਰ ਕੇ, ਬੜੀ ਇੱਛਾ ਧਾਰ ਕੇ ਸਾਰਿਆਂ ਨੂੰ ਪ੍ਰੇਮ ਨਾਲ ਬੁਲਾਇਆ। ਅਲਗ ਭੀੜ ਗੁਰ ਕੇ ਸੰਗ ਹੋਈ ਬਹੁਤ ਭੀੜ, ਬਹੁਤ ਸੰਗਤਾਂ ਦਾ ਇਕੱਠ ਸਤਿਗੁਰੂ ਸਾਹਿਬ ਜੀ ਦੇ ਨਾਲ ਹੋ ਤੁਰਿਆ। ਗੁਰ ਜਨ ਸਿੰਘ ਚਲੇ ਸਭ ਕੋਈ ਔਰ ਨਗਰ ਦੇ ਜਿੰਨੇ ਸਿੰਘ ਹੈ ਉਹ ਵੀ ਸਾਰੇ ਨਾਲ ਚੱਲ ਪਏ। ਸਦ ਸੰਗਤ ਪਾਵੀਲ ਵਿਸਾਲਾ ਇਉਂ ਸਤ ਸੰਗਤ ਦਾ ਬਹੁਤ ਭਾਰੀ ਜੋੜ ਮੇਲਾ ਬਣ ਗਿਆ। ਪਹੁੰਚੇ ਜਾਏ ਸਾਧ ਕੀ ਸ਼ਾਲਾ ਔਰ ਸਾਧੂ ਦੇ ਡੇਰੇ ਵਿੱਚ, ਉਹਦੀ ਧਰਮਸ਼ਾਲਾ, ਧਰਮ ਸਥਾਨ ਦੇ ਉੱਤੇ ਸਾਰੇ ਜਾ ਪਹੁੰਚੇ। ਅਨਕ ਪੰਕਤਾਂ ਕਰ ਬੈਠਾਈ ਲੰਗਰ ਛਕਾਉਣ ਵਾਸਤੇ ਅਨੇਕਾਂ ਪੰਗਤਾਂ ਲਾ ਕੇ ਸਾਰੇ ਬਿਠਾ ਦਿੱਤੇ। ਚੌਂਕੀ ਗੀਤ ਦਿਸਾਲ ਦਸਾਈ ਔਰ ਬਿਲਕੁਲ ਵਿਚਕਾਰ ਸਾਰੀਆਂ ਸੰਗਤਾਂ ਦੇ ਇੱਕ ਬਹੁਤ ਵੱਡੀ ਚੌਂਕੀ ਢਹਾ ਦਿੱਤੀ। ਸ਼ਾਦੀ ਬਿਸਦ ਬਸਤਰ ਕੇ ਸਾਥੀ ਔਰ ਬੜੇ ਕਢਾਈ ਵਾਲੇ ਸੁੰਦਰ ਬਸਤਰ ਦੇ ਨਾਲ ਉਹ ਚੌਂਕੀ ਨੂੰ ਉੱਪਰੋਂ ਢਕਿਆ, ਉਹਦੇ ਉੱਪਰ ਵਿਛਾਇਆ ਗਿਆ ਕੱਪੜਾ। ਸਾਦਰ ਤੈ ਬੈਠਾਰੀ ਨਾਥ ਬਹੁਤ ਆਦਰ ਸਤਿਕਾਰ ਦੇ ਸਹਿਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਬਿਠਾ ਲਿਆ। ਹਾਲ ਦਸਾਲ ਪਰੋਸੋ ਤਾਲਾ ਔਰ ਇੱਕ ਬਹੁਤ ਵੱਡਾ ਥਾਲ, ਉਹਦੇ ਵਿੱਚ ਅਨੇਕਾਂ ਪ੍ਰਕਾਰ ਦਾ ਭੋਜਨ ਪ੍ਰਸ਼ਾਦਾ ਪਰੋਸ ਕੇ ਸਤਿਗੁਰੂ ਜੀ ਅੱਗੇ ਲਿਆ ਰੱਖਿਆ, ਆਦ ਤਿਹਾਵਲ ਦਿਨ ਰਸ ਜਲਾ ਜਿਸ ਵਿੱਚ ਤਿਹਾਵਲ, ਕੜਾਹ ਪ੍ਰਸ਼ਾਦ ਇਤਿਆਦਿਕ ਹੋਰ ਬਹੁਤ ਸਾਰੀਆਂ ਵਸਤੂਆਂ ਹਨ। ਧਰਿਓ ਪ੍ਰਭੂ ਕੇ ਆਨਿਆਕਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਗਾੜੀ ਅੱਗੇ ਲਿਆ ਰੱਖਿਆ। ਸੀਤ ਸੁਗੰਧਤ ਦੇ ਕਰਵਾਰੀ ਔਰ ਬੜੀ ਸੁਗੰਧੀ ਵਾਲਾ ਜਿਹੜਾ ਜਲ ਹੈ ਉਹ ਛਿੜਕਿਆ ਗਿਆ, ਕਿਉੜਾ ਆਦਿਕ ਛਿੜਕਿਆ। ਸਭ ਪੰਕਤ ਕੋ ਪਰਸਨਹਾਰੀ ਹੋ ਇਸੇ ਪ੍ਰਕਾਰ ਸੀਤ ਸੁਗੰਧਤ ਦੇ ਕਰ ਬਾਰੀ। ਸੋ ਬੜਾ ਵਧੀਆ ਜਿਹੜਾ ਸਾਧ ਸੰਗਤ ਜੀ ਸ਼ਰਬਤ ਵਾਲਾ ਜਿਹੜਾ ਪਾਣੀ, ਸ਼ਰਬਤ ਵਾਲਾ ਜਲ ਸਤਿਗੁਰੂ ਜੀ ਨੂੰ ਪਰੋਸਿਆ ਗਿਆ। ਸਭ ਪੰਕਤ ਕੋ ਪਰਸਨਹਾਰੀ ਔਰ ਇਸ ਪ੍ਰਕਾਰ ਸਾਰੀ ਸੰਗਤ ਨੂੰ ਭੋਜਨ ਵਰਤਾਉਣ ਦੇ ਲਈ ਸੁਗੰਧਤ ਪੂਰਨ ਦੇ ਪਰੋਸ ਆਹਾਰੀ ਵਰਤਾਉਣ ਵਾਲਿਆਂ ਨੇ ਸਾਰਿਆਂ ਨੂੰ ਜਲਦੀ ਜਲਦੀ ਵਰਤਾ ਦਿੱਤਾ। ਅਜਵਨ ਲਗੇ ਕੌਰ ਮੁਖ ਪਾਈ ਔਰ ਇਸ ਪ੍ਰਕਾਰ ਸਾਰੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਭੋਗ ਲਾਇਆ ਸਾਰੇ ਛਕਣ ਲੱਗ ਪਏ। ਸ੍ਰੀ ਗੁਰ ਸਵਾਦਰ ਅਜ ਕਿਰਪਤਾਈ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਹੁਤ ਸਵਾਦਲਾ ਭੋਜਨ ਛਕ ਕਰਕੇ ਬੜੇ ਤ੍ਰਿਪਤ ਹੋਏ। ਕਰਿਓ ਸਰਾਹਨ ਨਿਬਦ ਆਹਾਰਾਈ ਔਰ ਅਨੇਕਾਂ ਪ੍ਰਕਾਰ ਦਾ ਜਿਹੜਾ ਭੋਜਨ ਤਿਆਰ ਕੀਤਾ ਹੋਇਆ ਸੀ ਸਤਿਗੁਰੂ ਨੇ ਉਹਦੀ ਬੜੀ ਸਰਉਤਾ ਕੀਤੀ। ਸਭ ਦਰਤੇ ਨੇ ਸਵਾਦ ਚਾਹਦਾਰਾ ਬਾਕੀ ਵੀ ਸਾਰੀਆਂ ਸੰਗਤਾਂ ਬੜਾ ਸੁੰਦਰ ਸਵਾਦ ਭੋਜਨ ਦਾ ਲੈ ਕੇ ਸਭ ਤ੍ਰਿਪਤ ਹੋਏ, ਖੁਸ਼ ਹੋਏ। ਪੁਰ ਜਨ ਭਨੈ ਪ੍ਰਥਮ ਕਈ ਵਾਰੀ ਨਗਰ ਦੇ ਲੋਕ ਕਹਿੰਦੇ ਹਨ ਕਿ ਮਹਾਰਾਜ ਪਹਿਲਾਂ ਵੀ ਕਈ ਵਾਰੀ ਭਏ ਆਹਾਰ ਨ ਸਵਾਦ ਉਦਾਰੀ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਵੀ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਹੈ ਇਸ ਤਰ੍ਹਾਂ ਦਾ ਸਵਾਦ ਵਾਲਾ। ਧਨ ਸਾਧ ਜਨ ਕੀਏ ਅਸਮੀਲ ਧੰਨ ਇਹ ਸਾਧੂ ਮਹਾਤਮਾ ਹਨ ਜਿਨ੍ਹਾਂ ਨੇ ਐਸਾ ਮੇਲ ਮਿਲਾਪ ਸਾਰੀਆਂ ਸੰਗਤਾਂ ਦਾ ਕੀਤਾ। ਕਰਿਓ ਅਸਨ ਬੋ ਸਵਾਦਨ ਮੀਲ ਬਹੁਤ ਸਵਾਦਾਂ ਦੇ ਨਾਲ ਸਾਰਿਆਂ ਨੇ ਭੋਜਨ ਛਕਿਆ। ਸੁਰਾ ਕਰੇ ਪ੍ਰਭ ਕੇ ਟਿਕਿਆਯੂ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਚੂਲਾ ਕਰ ਲਿਆ, ਭੋਜਨ ਪ੍ਰਸ਼ਾਦਾ ਛਕ ਕੇ ਹੱਥ ਸਾਫ਼ ਕਰ ਚੁੱਕੇ, ਤਾਂ ਉਸ ਵੇਲੇ ਮਹਾਰਾਜ ਦੇ ਕੋਲ ਆਇਆ ਸਾਧੂ। ਦੀਨ ਹੋਏ ਪਾਇ ਨ ਲਪਟਾਇਓ ਬੜਾ ਨਿਮਰਤਾਵਾਨ ਹੋ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਲਿਪਟ ਗਿਆ। ਖੁਸ਼ੀ ਕਰੀ ਉਪਜਿਓ ਬ੍ਰਹਮ ਗਿਆਨ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਉੱਤੇ ਬੜੀ ਖੁਸ਼ੀ ਕੀਤੀ, ਬੜੀ ਪ੍ਰਸੰਨਤਾ ਕੀਤੀ। ਇਹਦੇ ਹਿਰਦੇ ਅੰਦਰ ਉਸੇ ਵੇਲੇ ਬ੍ਰਹਮ ਗਿਆਨ ਪੈਦਾ ਹੋ ਗਿਆ। ਪੀਗੇ ਆਤਮਾ ਪਿਕਿਓ ਜਹਾਨ ਸਾਰੇ ਜਹਾਨ ਦੇ ਵਿੱਚ ਇੱਕੋ ਹੀ ਪ੍ਰਮਾਤਮਾ ਦਿਖਣ ਲੱਗ ਪਿਆ। ਏਕੋ ਬ੍ਰਹਮੰ ਦੁਤੀਆ ਨਾਸਤੀ।
ਇੱਕੋ ਪਾਰ ਬ੍ਰਹਮ ਪਰਮੇਸ਼ਰ ਸਾਰੇ ਨਜ਼ਰ ਆਉਣ ਲੱਗ ਪਿਆ। ਉਠੇ ਪ੍ਰਭੂ ਡੀਰੀ ਨੇ ਆਈ। ਕਿਉਂ ਸੰਤ ਜੀ ਨੂੰ ਨਿਹਾਲ ਕਰਕੇ ਉਹਦੀ ਭਾਵਨਾ ਪੂਰੀ ਕਰਕੇ ਸਤਿਗੁਰੂ ਜੀ ਉੱਥੋਂ ਉੱਠੇ, ਆਪਣੇ ਟਿਕਾਣੇ ਆ ਪਹੁੰਚੇ ਫਿਰ ਪਰਿਅੰਗ ਪਰ ਹੋਏ ਸੁਖ ਪਾਈ। ਔਰ ਆ ਕੇ ਆਪਣੇ ਪਲੰਗ ਦੇ ਉੱਤੇ ਸਤਿਗੁਰੂ ਜੀ ਵਿਰਾਜਮਾਨ ਹੋ ਗਏ, ਸੁਖ ਪ੍ਰਾਪਤ ਕੀਤਾ। ਤੋਹਰਾ ਬੀਤੀ ਰਾਤ ਪ੍ਰਭਾਤ ਭੀ। ਰਾਤ ਬਤੀਤ ਹੋਈ, ਸਵੇਰ ਦਾ ਵੇਲਾ ਹੋਇਆ। ਅਬ ਕਾਸਦ ਆਈ। ਉਸ ਵੇਲੇ ਦੋ ਕਾਸਦ, ਦੋ ਹਲਕਾਰੇ ਚਿੱਠੀ ਲੈ ਕੇ ਆਉਣ ਵਾਲੇ ਸਤਿਗੁਰੂ ਕੋਲ ਪਹੁੰਚੇ। ਲਿਖਾ ਬਹਾਦਰ ਸ਼ਾਹ ਨੇ। ਇਹ ਜਿਹੜੀ ਚਿੱਠੀ ਸੀ ਇਹ ਬਹਾਦਰ ਸ਼ਾਹ ਨੇ ਲਿਖੀ ਹੋਈ ਸੀ ਗੁਰ ਕੈ ਨਿਕਟ ਪਠਾਈ। ਔਰ ਸਤਿਗੁਰੂ ਜੀ ਵੱਲ ਭੇਜੀ ਸੀ। ਬੈਤ ਲਿਖਿਓ ਸ਼ੌਂਕਨਾਮਾ ਦੀਜੈ ਦਰਸ ਆਈ। ਔਰ ਇਹ ਬੜਾ ਭਾਵਨਾ ਦੇ ਨਾਲ ਇਹਨੇ ਪ੍ਰੇਮ ਪੱਤਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਲਿਖਿਆ। ਵਿੱਚ ਕੀ ਲਿਖਦਾ ਹੈ ਬਹਾਦਰ ਸ਼ਾਹ ਕਿ ਮਹਾਰਾਜ ਕਿਰਪਾ ਕਰੋ, ਦੀਜੈ ਦਰਸ ਆਏ, ਆ ਕੇ ਮੈਨੂੰ ਦਰਸ਼ਨ ਦੇਵੋ। ਮਹਾਂਪੀਰ ਮੇਰੇ ਕੀ ਬਾਤ ਭਾਈ। ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਮੇਰੇ ਮਹਾਂਪੀਰ ਹੋ, ਪੀਰਾਂ ਦੇ ਵੀ ਪੀਰ ਹੋ। ਮੈਨੂੰ ਇਹ ਗੱਲ ਆਪ ਜੀ ਦੀ ਬੜੀ ਚੰਗੀ ਲੱਗੀ। ਤੁਮਾਰੀ ਮਿਹਰ ਤੇ ਮਹਾਂਤੀਜ ਹੋਆ। ਮਹਾਰਾਜ ਆਪ ਜੀ ਦੀ ਮਿਹਰ ਦਾ ਸਦਕਾ, ਆਪ ਜੀ ਦੀ ਕਿਰਪਾ ਸਦਕਾ ਹੀ ਮੇਰਾ ਇਹ ਜਿਹੜਾ ਬੜਾ ਤੇਜ ਪ੍ਰਤਾਪ ਵੱਧ ਰਿਹਾ ਹੈ। ਜਹਾਨੈ ਕੇ ਮਿਆਨੈ ਮਨ ਤੈ ਨਾ ਦੁਆ। ਮਹਾਰਾਜ ਸੱਚੇ ਪਾਤਸ਼ਾਹ ਇਸ ਜਹਾਨ ਵਿੱਚ ਤੇ ਉਸ ਜਹਾਨ ਲੋਕ ਅਤੇ ਪਰਲੋਕ ਵਿੱਚ ਆਪ ਜੀ ਦੇ ਮਨਿੰਦ, ਆਪ ਜੀ ਦੇ ਬਰਾਬਰ ਮੇਰੇ ਵਾਸਤੇ ਹੋਰ ਕੋਈ ਨਹੀਂ ਹੈ ਦੂਜਾ। ਕਰੋ ਰੰਗ ਰਾਵਣ ਨਾ ਲਾਗੈ ਅਵਾਰਾ। ਮਹਾਰਾਜ ਆਪ ਜੀ ਤਾਂ ਭਿਖਾਰੀਆਂ ਨੂੰ ਰਾਜੇ ਬਣਾ ਦਿੰਦੇ ਹੋ, ਕੋਈ ਦੇਰ ਨਹੀਂ ਲਾਉਂਦੇ। ਇਲਾਹੀ ਫਜਰ ਸੋ ਤੁਮੈ ਫਜਰ ਧਾਰਾ। ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਮੇਰੇ ਉੱਤੇ ਇਲਾਹੀ ਫਜ਼ਲ ਹੋ ਗਿਆ ਹੈ, ਅੱਲਾ ਦੀ ਰਹਿਮਤ ਹੋਈ ਹੈ। ਬੜੀ ਦੇਰ ਬੀਤੀ ਪਿਛਾਰੀ ਰਹਿ ਹੋ। ਮਹਾਰਾਜ ਤੁਹਾਡੇ ਦਰਸ਼ਨ ਕੀਤਿਆਂ ਕਈ ਦਿਨ ਹੋ ਗਏ, ਬੜੀ ਦੇਰੀ ਕਰ ਦਿੱਤੀ ਆਪ ਜੀ ਨੇ, ਆਪ ਜੀ ਪਿੱਛੇ ਰਹਿ ਗਏ ਹੋ। ਕਹੂੰ ਸੰਗਤੀ ਸਿੱਖ ਪ੍ਰੇਮੰ ਲਹੋ। ਮਹਾਰਾਜ ਆਪ ਜੀ ਕਿੱਥੇ ਹੋ, ਕਿਹੜੀਆਂ ਸੰਗਤਾਂ ਦੇ ਪ੍ਰੇਮ ਨੂੰ ਆਪ ਜੀ ਪਰਖ ਰਹੇ ਹੋ, ਕਿੰਨਾ ਸੰਗਤਾਂ ਨੂੰ ਨਿਹਾਲ ਕਰ ਰਹੇ ਹੋ। ਕੀ ਤਾਲਬ ਪਿਖੋ ਮੈਂ ਦਿਦਾਰਨ ਤੁਮਾਰਾ। ਮਹਾਰਾਜ ਮੈਂ ਆਪ ਜੀ ਦੇ ਦਰਸ਼ਨਾਂ ਦਾ ਬੜਾ ਤਲਬਗਾਰ ਹਾਂ, ਬੜੀ ਮੇਰੇ ਮਨ ਦੇ ਵਿੱਚ ਪਿਆਸ ਹੈ, ਆਪ ਜੀ ਦੇ ਦਰਸ਼ਨਾਂ ਦਾ ਚਾਹਵਾਨ ਹਾਂ, ਕਦੋਂ ਤੁਹਾਡੇ ਦਰਸ਼ਨ ਕਰਾਂ। ਨਹੀਂ ਦੇਰ ਕੀਜੈ ਲਖੋਂ ਪ੍ਰੇਮ ਪਿਆਰਾ। ਮਹਾਰਾਜ ਮੇਰੇ ਪ੍ਰੇਮ ਨੂੰ ਜਾਣੋ, ਹੁਣ ਦੇਰੀ ਨਾ ਕਰੋ, ਆ ਕੇ ਦਰਸ਼ਨ ਦੇਵੋ। ਸੁਣਾ ਸ੍ਰੀ ਗੁਰੂ ਫੇਰ ਤਿਆਰੀ ਕਰਾਈ। ਜਦੋਂ ਸਤਿਗੁਰੂ ਜੀ ਨੇ ਬਹਾਦਰ ਸ਼ਾਹ ਦੀ ਇਹ ਚਿੱਠੀ ਵਿਚਲੇ ਬੋਲ ਸੁਣੇ, ਉਸੇ ਵੇਲੇ ਸਤਿਗੁਰੂ ਜੀ ਨੇ ਤਿਆਰੀ ਕਰਵਾ ਲਈ। ਪਰੇ ਦੀਨ ਕੁਰਾਨ ਪੈ ਬੇਗਾ ਬੇਗਵਾਈ। ਬਹੁਤ ਛੇਤੀ ਛੇਤੀ ਘੋੜਿਆਂ ਦੇ ਉੱਤੇ ਕਾਠੀਆਂ ਪਵਾ ਲਈਆਂ। ਚਾਉ ਪਈ ਸਿੱਖ ਸੰਗਤ ਤੇ ਰੁਖਸਦ ਲੈ ਕੇ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੁਰਹਾਨਪੁਰ ਨਗਰ ਦੀਆਂ ਸਿੱਖ ਸੰਗਤਾਂ ਤੋਂ ਵਿਦਾਇਗੀ ਲੈ ਕੇ ਆਪਣੇ ਜਾਨ ਖੁਸ਼ੀ ਬਹੁ ਦੇ ਕੇ। ਇਹਨਾਂ ਨੂੰ ਆਪਣੀ ਸੰਗਤ ਜਾਣ ਕੇ, ਆਪਣੇ ਸਿੱਖ ਜਾਣ ਕੇ ਬਹੁਤ ਖੁਸ਼ੀਆਂ ਪ੍ਰਦਾਨ ਕੀਤੀਆਂ। ਹੈਰੋ ਕਰ ਮਾਰਗ ਪਿਆਨੀ। ਘੋੜੇ ਉੱਤੇ ਸਵਾਰ ਹੋ ਕੇ ਸਤਿਗੁਰੂ ਜੀ ਨੇ ਆਪਣੇ ਅਗਲੇ ਰਸਤੇ ਵੱਲ ਨੂੰ ਪਿਆਨਾ ਕੀਤਾ, ਚਾਲਾ ਮਾਰਿਆ। ਸੰਗ ਖਾਲਸਾ ਚਲੇ ਸੁਜਾਨੀ। ਔਰ ਬਹੁਤ ਸੁਜਾਨ, ਬਹੁਤ ਸਿਆਣੇ ਸਿਆਣੇ ਸਿੱਖ ਖਾਲਸੇ ਸਤਿਗੁਰੂ ਦੇ ਨਾਲ ਚੱਲੇ। ਪੰਥ ਲੰਗਦ ਪਹੁੰਚੇ ਜਾਈ। ਬਹੁਤ ਸਾਰਾ ਰਸਤਾ ਲੰਘਦੇ ਲੰਘਦੇ ਹੋਏ ਜਾ ਪਹੁੰਚੇ ਜਹਾਂ ਹੋਤੇ ਲਸ਼ਕਰ ਸੁਮਦਾਈ। ਜਿੱਥੇ ਬਹਾਦਰ ਸ਼ਾਹ ਦਾ ਲਸ਼ਕਰ, ਇਹਦੀਆਂ ਫੌਜਾਂ ਸਾਰਿਆਂ ਨੇ ਉਤਾਰਾ ਕੀਤਾ ਹੋਇਆ ਹੈ। ਆਗੇ ਸ਼ਾਹ ਚੜਿਓ ਬੜ ਘੋਰੀ। ਅੱਗੇ ਬਹਾਦਰ ਸ਼ਾਹ ਜਿਹੜਾ ਆਪਣੇ ਘੋੜੇ ਦੇ ਉੱਤੇ ਚੜਿਆ ਹੋਇਆ ਕਿਸੇ ਪਾਸੇ ਜਾ ਰਿਹਾ ਸੀ। ਯਾਦ ਕਹੂੰ ਸੰਗ ਮਾਨ ਮਥੁਰੀ। ਥੋੜੇ ਜੇ ਬੰਦੇ ਇਹਦੇ ਨਾਲ ਹੈ, ਕਿਸੇ ਪਾਸੇ ਜਾ ਰਿਹਾ ਹੈ। ਔਜ ਪੇਤ ਸਤਿਗੁਰ ਅਸਵਾਰੀ। ਅਚਨ ਚੇਤ ਇਧਰੋਂ ਸਤਿਗੁਰੂ ਸਾਹਿਬ ਜੀ ਦੀ ਅਸਵਾਰੀ ਵੀ ਆ ਪਹੁੰਚੀ। ਭਈ ਰੋਗ ਰੋਕਾਰ ਗਾਰੀ। ਜਦੋਂ ਬਿਲਕੁਲ ਅੱਗੇ ਇਹਦੇ ਸਾਹਮਣੇ ਸਤਿਗੁਰੂ ਜੀ ਆਏ, ਦਰਸ਼ਨ ਪਰਸੇ ਸੀਸ ਨਵਾਇਓ। ਇਹਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸੇ, ਸਤਿਗੁਰੂ ਜੀ ਨੂੰ ਸੀਸ ਨਵਾਇਆ, ਨਮਸਕਾਰ ਕੀਤੀ। ਬਿਨੈ ਬਖਾਨਤ ਪ੍ਰੇਮ ਵਢਾਇਓ।
ਬੜਾ ਪ੍ਰੇਮ ਧਾਰ ਕੇ ਇਹਨੇ ਸਤਿਗੁਰੂ ਜੀ ਦੇ ਚਰਨਾਂ ਤੇ ਬੇਨਤੀ ਕੀਤੀ। ਗੁਰ ਸੂਰਜ ਕੋ ਦਰਸ਼ਨ ਹੀਰੀ। ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸੂਰਜਵਤ ਹੋ, ਆਪ ਜੀ ਦੇ ਦਰਸ਼ਨ ਮੈਨੂੰ ਹੋ ਗਏ ਹਨ। ਬਿਗਸੇ ਦ੍ਰਿਗ ਅਰਵਿੰਦ ਬਡੇਰੀ। ਇਹਦੇ ਨੇਤਰ ਜਿਹੜੇ ਬੜੇ ਬਿਗਸ ਗਏ, ਬੜੀਆਂ ਅੱਖਾਂ ਨੂੰ ਸਾਧ ਸੰਗਤ ਜੀ ਪ੍ਰਸੰਨਤਾ ਹੋਈ। ਬਹਾਦਰ ਸ਼ਾਹ ਦੇ ਨੇਤਰ ਬਿਗਸੇ, ਜਿਹੜੇ ਚਰਨਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਦਰਸ਼ਨ ਕਰਕੇ ਕਮਲਾ ਵਾਂਗ ਖਿੜ ਗਿਆ। ਹਰੀ ਬਾਤ ਹੋਈ ਪ੍ਰਭ ਆਈ। ਮਹਾਰਾਜ ਬਹੁਤ ਚੰਗੀ ਗੱਲ ਹੋਈ, ਆਪ ਜੀ ਆ ਗਏ ਹੋ। ਲਖ ਮਰੀਦ ਸਮ ਦਰਸ ਦਿਖਾਈ। ਮੈਨੂੰ ਆਪਣਾ ਮੁਰੀਦ ਜਾਣ ਕੇ ਹੇ ਪੀਰ ਜੀ ਆਪ ਜੀ ਨੇ ਦਰਸ਼ਨ ਦਿੱਤੇ ਹਨ। ਪੀਰ ਮਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਕਮਲਾਂ ਦੇ ਨਾਲ ਮੇਰੀ ਮੁਰੀਦ ਦੀ ਆਪ ਜੀ ਪੀਰ ਜੀ ਦੇ ਚਰਨਾਂ ਉੱਤੇ ਬਹੁਤ ਸ਼ਰਧਾ ਹੈ। ਆਪ ਜੀ ਮੈਨੂੰ ਆਪਣਾ ਸੇਵਕ ਜਾਣ ਕੇ ਦਰਸ਼ਨ ਦੇ ਰਹੇ ਹੋ। ਸ੍ਰੀ ਗੁਰ ਬਹੁਤੇ ਦਿਨ ਸੁਖਤਾਈ। ਹੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਬਹੁਤ ਹੀ ਦਿਨ ਲਾ ਆਏ ਰਸਤੇ ਵਿੱਚ। ਤਿਨ ਮੈਂ ਤੁਮਰੀ ਦੁਸ਼ਮਨ ਲਾਈ। ਇਧਰ ਮਹਾਰਾਜ ਮੈਂ ਤਾਂ ਤੁਹਾਡੀ ਤਰਫ ਹੀ ਮਨ ਲਾ ਕੇ ਰੱਖਿਆ। ਭਲੋ ਸਤਲ ਬਿਗ ਕੀਜੈ ਡੀਰਾ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸੋਹਣੀ ਜਗ੍ਹਾ ਦੇਖ ਕੇ ਡੇਰਾ ਕਰੋ। ਕਰਿਓ ਨਿਹਾਰੇ ਆਪਣੋ ਤੀਰਾ। ਆਪ ਜੀ ਕਿਰਪਾ ਕਰੋ, ਆਪਣੇ ਚੇਲੇ ਨੂੰ, ਆਪਣੇ ਇਸ ਮੁਰੀਦ ਨੂੰ ਨਿਹਾਲ ਕਰੋ। ਸੁਨ ਸਤਿਗੁਰ ਸਭ ਬਾਤ ਬਖਾਨੀ। ਉਸ ਵੇਲੇ ਬਹਾਦਰ ਸ਼ਾਹ ਦੀ ਗੱਲਬਾਤ ਸੁਣ ਕੇ ਸਤਿਗੁਰੂ ਜੀ ਨੇ ਬਾਚਨ ਕੀਤਾ। ਪੁਰ ਮੈਂ ਸੰਗਤ ਹੋਦੀ ਮਹਾਨੀ। ਕਹਿੰਦੇ ਬਹਾਦਰ ਸ਼ਾਹ ਕੀ ਕਰੀਏ, ਉਹ ਬੁਰਹਾਨਪੁਰ ਨਗਰ ਦੇ ਵਿੱਚ ਸੰਗਤ ਹੀ ਬਹੁਤ ਜ਼ਿਆਦਾ ਸੀ। ਕਰ ਕਰ ਪ੍ਰੇਮ ਦਿਵਸ ਪ੍ਰਤ ਰਾਖੀ। ਅਸੀਂ ਆਉਣਾ ਚਾਹੁੰਦੇ ਸੀ ਪਰ ਉਹਨਾਂ ਨੇ ਪ੍ਰੇਮ ਹੀ ਇੰਨਾ ਕੀਤਾ, ਦਿਨ ਪ੍ਰਤੀ ਦਿਨ ਸਾਨੂੰ ਰੱਖ ਲਿਆ। ਜਦੋਂ ਅਸੀਂ ਚੱਲਣ ਲੱਗਦੇ ਸੀ ਮਹਾਰਾਜ ਹੋਰ ਅਟਕ ਜਾਓ, ਮਹਾਰਾਜ ਹੋਰ ਰੁਕ ਜਾਓ ਇੱਕ ਦਿਨ, ਇਉਂ ਸਾਨੂੰ ਰੋਜ਼ ਰੋਜ਼ ਉਹ ਰੋਕਦੇ ਰਹੇ। ਹਮ ਬਹੁ ਬਾਰ ਚਰਨ ਕੋ ਭਾਖੀ। ਅਸੀਂ ਤਾਂ ਬਹੁਤ ਵਾਰੀ ਉੱਥੋਂ ਚੱਲਣ ਵਾਸਤੇ ਇਹ ਗੱਲ ਆਖੀ ਸੀ। ਉਤੋ ਸਾਧ ਪ੍ਰੇਮੀ ਤਨ ਮਨ ਤੇ। ਫਿਰ ਭਾਈ ਉੱਥੇ ਇੱਕ ਸਾਡਾ ਬੜਾ ਪ੍ਰੇਮੀ ਇੱਕ ਸੰਤ ਮਹਾਤਮਾ ਸੀ। ਕਰਿਓ ਭਾਉ ਦਿਨ ਰਖੇ ਚੜਨ ਤੇ। ਬੜਾ ਤਨ ਮਨ ਤੋਂ ਨੇ ਪ੍ਰੇਮ ਕਰਕੇ ਬੜੀ ਭਾਵਨਾ ਦੇ ਨਾਲ ਉਹਨੇ ਵੀ ਸਾਨੂੰ ਚੜਨ ਤੋਂ ਰੱਖ ਲਿਆ, ਉਹਨੇ ਵੀ ਨਾ ਆਉਣ ਦਿੱਤਾ। ਤਿਨ ਕੈ ਖੁਸ਼ੀ ਸ਼ਾਹ ਕੋ ਦੀਨ। ਇਉਂ ਕਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਨੂੰ ਬੜੀਆਂ ਖੁਸ਼ੀਆਂ ਬਖਸ਼ੀਆਂ। ਹੀਰ ਸਤਲ ਸ਼ੁਭਟਾ ਜੀਰਾ ਕੀਨ। ਬਹੁਤ ਸੁੰਦਰ ਮੈਦਾਨੀ ਜਗ੍ਹਾ ਦੇਖ ਕੇ ਸਤਿਗੁਰੂ ਜੀ ਨੇ ਡੇਰਾ ਕੀਤਾ। ਖਾਨ ਪਾਨ ਕਰ ਬਿਗਦ ਬਨਾਈ। ਔਰ ਅਨੇਕਾਂ ਪ੍ਰਕਾਰ ਦਾ ਭੋਜਨ ਪ੍ਰਸ਼ਾਦਾ ਤਿਆਰ ਹੋਇਆ, ਸਾਰਿਆਂ ਨੇ ਖਾਣ ਪਾਨ ਕੀਤਾ। ਸੁਬਦ ਜਤਾ ਸੁਖ ਰਾਤ ਬਤਾਈ। ਹਾਂ ਜਥਾ ਯੋਗ ਸਾਰਿਆਂ ਨੇ ਸੌਂ ਕਰਕੇ ਸੁੱਖਾਂ ਦੇ ਨਾਲ ਰਾਤ ਬਤੀਤ ਕੀਤੀ। ਭਈ ਪ੍ਰਭਾਤ ਕੂਚ ਕਰ ਚਲੇ। ਸਵੇਰ ਦਾ ਵੇਲਾ ਹੋਇਆ ਤੇ ਇੱਥੋਂ ਅਗਾਂਹ ਨੂੰ ਕੂਚ ਕਰਕੇ ਚੱਲ ਪਏ। ਦੱਖਣ ਦੇਸ਼ ਬਿਲੋਕਤ ਭਰੇ। ਅੱਗੇ ਜਾ ਕੇ ਦੇਖਦੇ ਐ ਕਿ ਦੱਖਣ ਦੇਸ਼ ਬਹੁਤ ਸੁੰਦਰ ਆ ਗਿਆ। ਨਰ ਨਾਰੀ ਗਨ ਸ਼ਿਆਮ ਵਰਣ ਕੀ। ਇੱਥੋਂ ਦੇ ਜਿਹੜੇ ਨਰ ਨਾਰੀ ਐ, ਮਰਦ ਇਸਤਰੀਆਂ ਹਨ, ਇਹ ਸ਼ਾਮ ਵਰਨ ਕੇ ਕਾਲੇ ਰੰਗ ਦੇ ਹਨ, ਰੰਗ ਪੱਕੇ ਹਨ ਇਹਨਾਂ ਦੇ। ਇੱਕ ਸਾਰੀ ਲੈ ਉਪਰ ਤਨ ਕੀ। ਜਿਹੜੀਆਂ ਇੱਥੋਂ ਦੀਆਂ ਬੀਬੀਆਂ ਇੱਕੋ ਸਾੜੀ ਰੱਖਦੀਆਂ, ਉਹੀ ਲੱਕ ਦੇ ਦੁਆਲੇ ਲਪੇਟਦੀਆਂ, ਸਾਰੇ ਸਰੀਰ ਤੇ ਲਪੇਟਦੀਆਂ, ਸਿਰ ਤੇ ਲੈਂਦੀਆਂ। ਬਸਨ ਬਭੋਗਨ ਬੋਲਣ ਬੇਸ। ਇਹਨਾਂ ਦੇ ਜਿਹੜੇ ਖਾਣਾ ਹੈ, ਇਹਨਾਂ ਦੇ ਜਿਹੜਾ ਪੀਣਾ ਹੈ, ਇਹਨਾਂ ਦੇ ਗਹਿਣੇ, ਇਹਨਾਂ ਦਾ ਬੋਲਣਾ, ਇਹਨਾਂ ਦਾ ਬੇਸ ਪਹਿਰਾਵਾ, ਰੀਤ ਔਰ ਕੇ ਪ੍ਰਗਟ ਸੁਦੇਸ਼। ਸਾਰੇ ਸਿੰਘ ਦੇਖਦੇ ਆ ਵੀ ਇਹ ਤਾਂ ਹੋਰ ਹੀ ਰੀਤੀ ਦੇ ਆ, ਹੋਰ ਹੀ ਤਰ੍ਹਾਂ ਦੇ ਹਨ, ਸਾਡੇ ਨਾਲੋਂ ਅਲੱਗ ਹਨ। ਪੂਨਾ ਨਗਰ ਨਾਗਪੁਰ ਕੀਰੀ। ਔਰ ਇਸੇ ਤਰ੍ਹਾਂ ਪੂਨਾ 17 ਤੇ ਨਾਗਪੁਰ ਨਗਰ ਜਿਹੜਾ ਇਹ ਮਰਹਟਿਆਂ ਦੇ ਇਲਾਕੇ ਦੇ ਆਸੇ-ਪਾਸੇ ਦੇ ਜਿਹੜੇ ਵੱਡੇ ਨਗਰ ਹਨ। ਮੇਰੇ ਆਨ ਦੇ ਭੀੜ ਵੀਰੀ। ਇੱਥੋਂ ਦੇ ਸਿੱਖ ਵੀ ਸਤਿਗੁਰੂ ਜੀ ਨੂੰ ਔਰ ਇੱਥੋਂ ਦੇ ਜਿਹੜੇ ਰਾਜੇ ਆ ਉਹ ਵੀ ਬਹਾਦਰ ਸ਼ਾਹ ਨੂੰ ਆ ਕੇ ਬਹੁਤ ਭੇਟਾਵਾਂ ਦੇ ਕੇ ਮਿਲੇ। ਇਤਿਆਦਿਕ ਜੇਤੇ ਤਹਿ ਰਾਜ। ਇਤਿਆਦਿਕ ਹੋਰ ਜਿੰਨੇ ਉਸ ਇਲਾਕੇ ਦੇ ਵਿੱਚ ਰਾਜ ਹਨ, ਸਟੇਟਾਂ ਹਨ, ਸੂਬੇ ਹਨ। ਲਸ਼ਕਰ ਹੇਰੇ ਡਰ ਉਪਰਾਜੀ। ਸੋ ਇਹ ਬਹਾਦਰ ਸ਼ਾਹ ਦੀ ਭਾਰੀ ਫੌਜ ਦੇਖ ਕੇ ਮਨ ਵਿੱਚ ਭੈ ਭੀਤ ਹੁੰਦੇ ਹਨ ਸਾਰੇ, ਤੇ ਲਸ਼ਕਰ ਹੇਰੇ ਡਰ ਉਪਰਾਜੇ, ਸਾਰਿਆਂ ਦੇ ਮਨ ਦੇ ਵਿੱਚ ਡਰ ਪੈਦਾ ਹੋਇਆ। ਮਿਲੇ ਸ਼ਾਹ ਆਪਨ ਕੋ ਜਨਾਈ।
ਸਾਰੇ ਆਪਣਾ ਨਾਮ ਆਦਿਕ ਦੱਸ ਕੇ ਆਪਣੀ ਆਪਣੀ ਪਛਾਣ ਦੱਸ ਕੇ ਇਸ ਇਲਾਕੇ ਦੇ ਰਾਜੇ ਬਹਾਦਰ ਸ਼ਾਹ ਨੂੰ ਆ ਕੇ ਮਿਲਦੇ ਹਨ। ਗਜਬਾਰੀ ਤਨ ਬਹੁ ਹਰ ਪਾਈ ਬਹੁਤ ਸਾਰੇ ਹਾਥੀ ਘੋੜੇ ਧਨ ਇਤਿਆਦਿਕ ਅਰਪਣ ਕਰਦੇ ਹਨ। ਗਿਰਵਿਰ ਕਾਨਨ ਰੰਗਤ ਗਈ ਇਉਂ ਬਹਾਦਰ ਸ਼ਾਹ ਉਹਦੀਆਂ ਫੌਜਾਂ ਸਤਿਗੁਰੂ ਜੀ ਤੇ ਗੁਰੂ ਕੇ ਖਾਲਸੇ ਬਹੁਤ ਸਾਰੇ ਪਹਾੜਾਂ ਨੂੰ ਜੰਗਲਾਂ ਨੂੰ ਲੰਘਦੇ ਹੋਏ ਅੱਗੇ ਗਏ। ਪੁਰ ਨਗਰਾਂ ਅਵਲੋਕਤ ਭਈ ਵੱਡੇ ਪਿੰਡਾਂ ਸ਼ਹਿਰਾਂ ਛੋਟੇ ਪਿੰਡਾਂ ਨੂੰ ਦੇਖਦੇ ਹੋਏ ਲੰਘ ਗਏ। ਕਿਸ ਕੀ ਗਣਨਾ ਕਰ ਰਹੀਏ ਕਿਹਦੀ ਗਿਣਤੀ ਕਰਕੇ ਦੱਸੀਏ। ਰਚਨਾ ਚਾਰ ਚਿੱਤਰ ਜਨ ਲਈਏ ਬਹੁਤ ਸੁੰਦਰ ਤੇ ਵਿਚਿੱਤਰ ਜਿਹੜੀ ਰਚਨਾ ਦਿਸਦੀ ਹੈ ਚਾਰੇ ਪਾਸੇ। ਬਾਗੀ ਰੂਪ ਬਾਗ ਫੁਲਵਾਰੀ ਬਹੁਤ ਸਾਰੀਆਂ ਬੌਲੀਆਂ ਖੂਹ ਬਾਗ ਫੁੱਲਾਂ ਦੀਆਂ ਫੁਲਵਾੜੀਆਂ ਨਾਲ ਕੇਲਾ ਰੋ ਸੁਪਾਰੀ ਨਾਰੀਅਲ ਕੇਲਾ ਤੇ ਸੁਪਾਰੀ ਇਤਿਆਦਿਕ ਦੇ ਬਹੁਤ ਬੂਟੇ ਦਰਖਤ ਹਨ। ਬਿਸਮਤ ਨਗਰ ਬਲੋਕ ਵਿਸਾਲਾ ਬੜਾ ਹੀ ਅਚਰਜ ਜਿਹੜਾ ਨਗਰ ਸਾਰਿਆਂ ਨੇ ਵੱਡਾ ਦੇਖਿਆ। ਇਸਕੇ ਨਿਕਟ ਸਬਰ ਕੋ ਕਾਲਾ ਉਹਦੇ ਨੇੜੇ ਟਿਕਾਣਾ ਕਰ ਲਿਆ। ਆਠ ਦਿਵਸ ਤੈ ਕੀਨਮ ਕੰਮ ਪੂਰੇ 8 ਦਿਨ ਉਸ ਜਗ੍ਹਾ ਦੇ ਉੱਤੇ ਮੁਕਾਮ ਕੀਤਾ ਟਿਕਾਣਾ ਕੀਤਾ। ਸੰਗਤ ਗੁਰੂ ਕੋ ਪਿਕੈ ਤਮਾਮ ਸਾਰੀ ਤਮਾਮ ਸੰਗਤ ਸਤਿਗੁਰੂ ਜੀ ਦੇ ਆ ਕੇ ਦਰਸ਼ਨ ਕਰਦੀ। ਅਨਕਾ ਪੂਰਨ ਕੋ ਅਰਪੰਤੀ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ। ਚਰਨ ਕਮਲ ਪਰ ਸੀਸ ਤਰੰਤੀ ਸਤਿਗੁਰੂ ਜੀ ਦੇ ਕਮਲਾਂ ਵਰਗੇ ਸੋਹਣੇ ਚਰਨਾਂ ਉੱਤੇ ਆ ਕੇ ਸੀਸ ਰੱਖਦੇ। ਦੂਰ ਕੇ ਨੇਰ ਸੁਨੈ ਗੁਰ ਆਈ ਹਾਂ ਦੂਰੋਂ ਨੇੜੋਂ ਜਿਹਨੇ ਵੀ ਸੁਣਿਆ ਸਤਿਗੁਰੂ ਜੀ ਆਏ ਹਨ। ਸਿਖ ਜੋ ਤੇ ਆਨੰਦ ਰਸਾਈ ਜਿਹੜੇ ਵੀ ਭਾਵਨਾ ਵਾਲੇ ਸਿੱਖ ਆ ਕੇ ਸਤਿਗੁਰੂ ਦੇ ਦਰਸ਼ਨ ਕਰਦੇ ਹਨ। ਸ਼ਾਹ ਬਹਾਦਰ ਲੈ ਲੈ ਦਰਬ ਔਰ ਇੱਧਰ ਬਹਾਦਰ ਸ਼ਾਹ ਬਹੁਤਾ ਧਨ ਲੈ ਕੇ ਮਹਿ ਪਾਲਕ ਬਸ ਕਰਕੇ ਸਰਬ ਉਸ ਧਰਤੀ ਦੇ ਪਾਲਕ ਉਸ ਧਰਤੀ ਦੇ ਜਿਹੜੇ ਰਾਜੇ ਆ ਉਹਨਾਂ ਨੂੰ ਆਪਣੇ ਅਧੀਨ ਕਰਦਾ ਹੋਇਆ। ਕੰਤ ਕੂਚ ਪੁਨ ਗਮਨੇ ਡੀਰਾਜ ਸੋ ਅੱਗੇ ਅੱਗੇ ਕੂਚ ਕਰਦਾ ਜਾਂਦਾ ਹੈ ਫਿਰ ਡੇਰਾ ਟਿਕਾਣਾ ਕਰਦਾ ਹੈ। ਉਤਰੈ ਇਸਕੋ ਤਰੇ ਸੁਬੀਰਾ ਰਾਤ ਨੂੰ ਉਤਾਰਾ ਕਰਦਾ ਸਵੇਰੇ ਅੱਗੇ ਚੱਲ ਪੈਂਦਾ ਹੈ। ਇਸ ਪ੍ਰਕਾਰ ਕੀਤਕ ਦਿਨ ਚਲੀ ਇਸ ਪ੍ਰਕਾਰ ਕਈ ਦਿਨ ਚੱਲਦੇ ਰਹੇ। ਨਦੀ ਗੋਦਾਵਰ ਕੀ ਤਟ ਭਲੀ ਅੱਗੇ ਸਾਧ ਸੰਗਤ ਜੀ ਦੱਖਣ ਦੇਸ਼ ਵਿੱਚ ਪਹੁੰਚ ਕੇ ਗੋਦਾਵਰੀ ਨਦੀ ਦਾ ਕਿਨਾਰਾ ਦੇਖਿਆ ਬਹੁਤ ਸੁੰਦਰ। ਕਹਾਂ ਜਾਏ ਪਹੁੰਚੀ ਦਲ ਭਰੀ ਉਸ ਜਗ੍ਹਾ ਦੇ ਉੱਤੇ ਭਾਰੇ ਦਲ ਜਾ ਪਹੁੰਚੇ। ਹਰੇ ਸਿਵਰ ਸਮਨੂਨ ਕਿਨਾਰੀ ਸਾਰਿਆਂ ਨੇ ਗੋਦਾਵਰੀ ਨਦੀ ਦੇ ਕਿਨਾਰੇ ਉੱਤੇ ਟਿਕਾਣਾ ਕੀਤਾ। ਨਗਰ ਨਦੇੜ ਬਸੰਤ ਦਸਾਲਾ ਇਸ ਗੋਦਾਵਰੀ ਨਦੀ ਦੇ ਕਿਨਾਰੇ ਦੇ ਉੱਤੇ ਸਾਧ ਸੰਗਤ ਜੀ ਨੰਦੇੜ ਹਜੂਰ ਸਾਹਿਬ ਜਿਸ ਨੂੰ ਅੱਜ ਆਪਾਂ ਕਹਿੰਦੇ ਹਾਂ ਨੌ ਨੰਦਾਂ ਦੀ ਧਰਤੀ ਇਹ ਬੜਾ ਭਾਰੀ ਨਗਰ ਵਸਿਆ ਹੋਇਆ ਹੈ। ਜਿਸ ਮੈਂ ਰਹੇ ਧਨੀ ਨਰ ਜਲਾ ਜਿਸ ਨੰਦੇੜ ਦੇ ਵਿੱਚ ਬਹੁਤ ਧਨੀ ਲੋਕ ਤੇ ਹੋਰ ਬੜੇ ਲੋਕ ਰਹਿੰਦੇ ਹਨ। ਆਦਪੁਰੀ ਸਰਬਰ ਤੇ ਬਸੀ ਸਤਜੁਗ ਤੇ ਬਸੀ ਇਹ ਜਿਹੜੀ ਆਦ ਤੋਂ ਲੈ ਕੇ ਪੁਰਾਣੇ ਸਮਿਆਂ ਤੋਂ ਲੈ ਕੇ ਸਤਜੁਗ ਵੇਲੇ ਦੀ ਇਹ ਨਗਰੀ ਵਸਦੀ ਹੈ। ਦਰਬ ਅਦਗ ਤੇ ਦੀਰਘ ਦਸੀ ਸੋ ਬਹੁਤ ਧਨ ਇਤਿਆਦਿਕ ਇਸ ਨਗਰੀ ਵਿੱਚ ਹੈ। ਤਾਨੇ ਸ਼ਾਹ ਮਾਰ ਕਰ ਜੋਰਾ ਇੱਥੋਂ ਦਾ ਸਾਧ ਸੰਗਤ ਜੀ ਜਿਹੜਾ ਰਾਜਾ ਸੀ ਤਾਨੇ ਸ਼ਾਹ ਉਹਨੂੰ ਜ਼ੋਰ ਦੇ ਨਾਲ ਧੋਖੇ ਫਰੇਬ ਦੇ ਨਾਲ ਔਰੰਗਜ਼ੇਬ ਨੇ ਮਾਰਿਆ ਸੀ। ਪੀਛੇ ਤਾਂ ਜੋ ਸੂਬਾ ਸ਼ੋਰਾ ਉਸ ਤੋਂ ਬਾਅਦ ਉੱਥੇ ਆਪਣਾ ਰਾਜ ਭਾਗ ਕਾਇਮ ਕਰਕੇ ਜਿਹੜਾ ਸੂਬਾ ਛੱਡਿਆ ਸੀ। ਸੁਨਿਓ ਸ਼ਾਹ ਕੋ ਆਵਨ ਜਵੈ ਜਦੋਂ ਉਹਨੇ ਸੁਣਿਆ ਕਿ ਔਰੰਗਜ਼ੇਬ ਦਾ ਪੁੱਤ ਬਹਾਦਰ ਸ਼ਾਹ ਰਾਜਾ ਬਣ ਕੇ ਸ਼ਹਿਨਸ਼ਾਹ ਬਣ ਕੇ ਇੱਥੇ ਆਇਆ ਹੈ ਹੇਤ ਤਿਆਰ ਹੋਏ ਤਬੈ ਉਹ ਵੀ ਮਿਲਣ ਵਾਸਤੇ ਇਹਨੂੰ ਤਿਆਰੀ ਕੀਤੀ ਉਸਨੇ ਤਿਆਰ ਹੋਇਆ। ਮ੍ਰਿਤਕਨ ਰੰਗੇ ਕੀ ਬੜ ਮਾਇਆ ਔਰ ਮਰ ਚੁੱਕੇ ਨਰੰਗੇ ਔਰੰਗਜ਼ੇਬ ਦੀ ਜਿਹੜੀ ਬਹੁਤ ਸਾਰੀ ਮਾਇਆ ਸੀ ਸੋ ਦੇ ਕਰ ਪੂਰਨ ਹੀ ਆਇਆ ਉਹ ਇਹ ਤੁਰੰਤ ਹੀ ਲੈ ਕੇ ਆ ਗਿਆ। ਦੇ ਕਰ ਮਿਲਿਓ ਸ਼ਾਹ ਕੇ ਸਾਥ ਬਹਾਦਰ ਸ਼ਾਹ ਨੂੰ ਦੇਖ ਕੇ ਇਹਦੇ ਨਾਲ ਮਿਲਾਪ ਕੀਤਾ। ਸੁਨ ਸੁਨ ਅਬਰ ਆਏ ਪੁਰਨਾਥ ਹੋਰ ਵੀ ਬਹੁਤ ਸਾਰੇ ਸੁਣ ਕੇ ਆਏ ਜਿਹੜੇ ਇਹਨਾਂ ਨਗਰਾਂ ਪੁਰੀਆਂ ਦੇ ਰਾਜੇ ਸਨ। ਬਿਦਤ ਹੈਦਰਾਬਾਦ ਉਦਾਰਾ ਇੱਥੇ ਸਾਧ ਸੰਗਤ ਜੀ ਪ੍ਰਗਟ ਹੀ ਇੱਕ
ਹੈਦਰਾਬਾਦ ਵੱਡਾ ਨਗਰ ਹੈ। ਮੁੰਗੀ ਪਟਨ ਆਦ ਤਨ ਭਾਰਾ। ਇਸੇ ਪ੍ਰਕਾਰ ਮੁੰਗਾ ਪਟਮ ਜਾਂ ਮੁੰਗਾ ਪਟਨ ਮਦਰਾਸ ਹਾਤੇ ਦਾ ਇੱਕ ਨਗਰ ਹੈ। ਜੀ ਕਰ ਮਿਲੇ ਬਹਾਦਰ ਸ਼ਾਹ। ਸੋ ਇੱਥੋਂ ਵੀ ਆ ਕੇ ਲੋਕ ਬਹਾਦਰ ਸ਼ਾਹ ਨੂੰ ਮਿਲਦੇ ਹਨ। ਉਦਰ ਪਰੇ ਲਸ਼ਕਰ ਕੇ ਮਾਹੂ। ਬਹਾਦਰ ਸ਼ਾਹ ਨੇ ਇੱਥੇ ਆ ਕੇ ਉਤਾਰਾ ਕੀਤਾ ਆਪਣੀਆਂ ਫੌਜਾਂ ਸਮੇਤ। ਅਮਰ ਕਹਾਂ ਲਗ ਦੇਸ਼ਰ ਨਗਰੀ। ਹੋਰ ਕਹਿੰਦੇ ਕਿੱਥੋਂ ਕੁ ਤੱਕ ਦਸੀਏ ਇਸ ਦੇਸ਼ ਦੇ ਇਸ ਇਲਾਕੇ ਦੇ ਤੇ ਨਗਰ ਦੇ ਲੋਕ। ਕਿਨ ਕਰ ਕਥਾ ਸੁਣਾਈਏ ਸਗਰੀ। ਹਾਂ ਕਹਿੰਦੇ ਗਿਣ ਗਿਣ ਕੇ ਅਸੀਂ ਇਹ ਸਾਰੀ ਕਥਾ ਸੁਣਾਉਂਦੇ ਹਾਂ। ਦੂਰ ਨਿਕਟ ਜੈ ਕਹਿਤੀ ਆਈ। ਦੂਰੋਂ ਨੇੜਿਓਂ ਜਿੱਥੋਂ ਕਿੱਥੋਂ ਲੋਕ ਚੱਲ ਕੇ ਆਏ। ਜੀ ਧਰਮ ਮਿਲੇ ਸੁਮਦਾਈ। ਛੋਟੇ ਵੱਡੇ ਰਾਜੇ ਸਾਰੇ ਹੀ ਧਨ ਦੇ ਦੇ ਕੇ ਬਹਾਦਰ ਸ਼ਾਹ ਨੂੰ ਮਿਲੇ। ਗੁਰ ਪ੍ਰਤਾਪ ਕਰ ਪਿਤ ਦੇ ਘਨੋ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤੇਜ ਪ੍ਰਤਾਪ ਕਰਕੇ ਇਹਦੇ ਪਿਤਾ ਔਰੰਗਜ਼ੇਬ ਦੇ ਨਾਲੋਂ ਵੀ ਬਹੁਤ ਵੱਡਾ ਤੇਜ ਪ੍ਰਤਾਪ ਬਹਾਦਰ ਸ਼ਾਹ ਦਾ ਹੋਇਆ। ਸ਼ਾਹ ਬਹਾਦਰ ਜਗ ਮੈਂ ਭਨੋ। ਬਹਾਦਰ ਸ਼ਾਹ ਸਾਰੇ ਜੱਗ ਵਿੱਚ ਜਾਣਿਆ ਜਾਣ ਲੱਗਾ। ਹਰਿਓ ਨ ਕੋਈ ਮਿਲੇ ਅਕਾਰੀ। ਜਿਹੜਾ ਵੀ ਕੋਈ ਅੱਗੇ ਆਇਆ ਆ ਕੇ ਮਿਲਿਆ ਇਹਦੇ ਅੱਗੇ ਅੜਿਆ ਨਾ ਕੋਈ, ਪਿਆਰ ਨਾਲ ਹੀ ਸਾਰੇ ਮਿਲੇ ਇਹਦੇ ਅਧੀਨ ਹੋਏ। ਜੀ ਕਰ ਭੇਟ ਅਨੇਕ ਪ੍ਰਕਾਰੀ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਦੇ ਕੇ ਮਿਲੇ। ਨਗਰ ਨਦੇੜ ਵੈਰ ਕੀ ਥਾਈ। ਸੋ ਨੰਦੇੜ ਨਗਰ ਹੈ ਇਸ ਦੇ ਬਾਹਰਲੇ ਪਾਸੇ। ਉਤਰੇ ਸਰਬਰ ਸੋ ਅਪਨਾਈ। ਸਤਿਗੁਰ ਸੱਚੇ ਪਾਤਸ਼ਾਹ ਵੀ ਇਸ ਭੂਮੀ ਨੂੰ ਆਪਣੀ ਜਾਣ ਕੇ ਉਤਰ ਗਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਤਾਰਾ ਕੀਤਾ। ਇਹ ਪੁਰਾਤਨ ਭੂਮਾ ਹਮਾਰੀ। ਸਤਿਗੁਰੂ ਜੀ ਦੱਸਦੇ ਆ ਕਹਿੰਦੇ ਇਹ ਸਾਡੀ ਪੁਰਾਤਨ ਭੂਮੀ ਹੈ। ਆਪਣਾਪਣ ਜਣਾਇਆ ਕਿਉਂਕਿ ਸਤਿਯੁਗ ਦੇ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਸ ਭੂਮੀ ਦੇ ਉੱਤੇ ਬਹੁਤ ਭਾਰੀ ਤਪੱਸਿਆ ਕੀਤੀ, ਬਹੁਤ ਲੰਮਾ ਸਮਾਂ ਰਹੇ। ਅੱਜ ਕੋਈ ਮਨੁੱਖ ਆਪਣੇ ਬਚਪਨ ਵਿੱਚ ਜਾਂ ਜਵਾਨੀ ਵਿੱਚ ਕਿਤੇ 4 ਮਹੀਨੇ ਰਹਿ ਆਵੇ ਨਾ ਸੰਗਤ ਜੀ, ਉਹ ਜਦੋਂ ਬਜ਼ੁਰਗ ਅਵਸਥਾ ਵਿੱਚ ਉੱਥੇ ਜਾਂਦਾ ਤਾਂ ਸਾਧ ਸੰਗਤ ਉੱਥੇ ਉਹਨੂੰ ਆਪਣਾਪਣ ਲੱਗਦਾ ਵੀ ਆਹ ਤਾਂ ਮੇਰੀ ਭੂਮੀ ਹੈ, ਆਹ ਜਗ੍ਹਾ ਤੇ ਮੈਂ ਰਹਿ ਕੇ ਗਿਆ, ਇਸ ਇਲਾਕੇ ਵਿੱਚ, ਇਸ ਨਗਰ, ਇਸ ਸ਼ਹਿਰ ਵਿੱਚ ਉਹਨੂੰ ਆਪਣਾਪਣ ਲੱਗਦਾ। ਤੇ ਸਤਿਗੁਰੂ ਪਾਤਸ਼ਾਹ ਨੇ ਤਾਂ ਸਤਿਯੁਗ ਦੇ ਵਿੱਚ ਬਹੁਤ ਲੰਮਾ ਸਮਾਂ ਇਸ ਧਰਤੀ ਦੇ ਉੱਤੇ ਤਪੱਸਿਆ ਕੀਤੀ, ਇਸ ਧਰਤੀ ਨੂੰ ਵਡਭਾਗੀ ਬਣਾਇਆ, ਤਾਰਿਆ। ਸਤਿਗੁਰੂ ਸਿੰਘਾਂ ਨੂੰ ਦੱਸਦੇ ਆ ਕਹਿੰਦੇ ਭਾਈ ਇਹ ਸਾਡੀ ਭੂਮੀ ਹੈ, ਇਉਂ ਆਪਣਾਪਣ ਕਰਕੇ ਦੱਸਿਆ। ਪਰਮਾਰਗੀ ਸਗਲ ਬਿਦਾਰੀ। ਸਤਿਗੁਰ ਸੱਚੇ ਪਾਤਸ਼ਾਹ ਨੇ ਦੂਜਿਆਂ ਦੀ ਮਾਲਕੀ ਦੂਰ ਕੀਤੀ, ਭਾਵ ਆਪਣੀ ਜਾਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਨੰਦੇੜ ਦੀ ਧਰਤੀ ਉੱਤੇ ਡੇਰਾ ਕੀਤਾ। ਸੋ ਇਹ ਨੰਦੇੜ ਦੀ ਧਰਤੀ ਦੇ ਉੱਤੇ ਜਿਵੇਂ ਸਾਧ ਸੰਗਤ ਜੀ ਇੱਕ ਹੋਰ ਮੁਗਲ ਇਸ ਧਰਤੀ ਦਾ ਮਾਲਕ ਬਣਿਆ ਬੈਠਾ ਸੀ, ਔਰ ਇੱਧਰ ਸਤਿਗੁਰੂ ਕਹਿੰਦੇ ਆ ਇਹ ਸਾਡੀ ਧਰਤੀ ਆ। ਉਹ ਕਹਿੰਦਾ ਜੀ ਪੁਸ਼ਤੈਨੀ ਸਾਡੀ ਇਹ ਜਗ੍ਹਾ ਜਿੱਥੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਹੈ। ਸੋ ਇਸ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਜਿਵੇਂ ਸਤਿਗੁਰੂ ਜੀ ਇਹ ਧਰਤੀ ਨੂੰ ਆਪਣੇ ਕਬਜ਼ੇ ਵਿੱਚ ਕਰਨਗੇ, ਦੁਬਾਰਾ ਇੱਥੇ ਨਾਮ ਬਾਣੀ ਦਾ ਪ੍ਰਵਾਹ ਚਲਾਉਣਗੇ, ਨੌਨੰਦ ਨੰਦੇੜ ਦੀ ਧਰਤੀ ਦੇ ਉੱਤੇ ਜਿਵੇਂ ਮਾਧੋ ਦਾਸ ਆ ਕੇ ਸਤਿਗੁਰੂ ਜੀ ਨੂੰ ਮਿਲੇਗਾ, ਹੋਰ ਬੇਅੰਤ ਸੰਗਤਾਂ ਨੂੰ ਸਤਿਗੁਰੂ ਜੀ ਤਾਰਨਗੇ। ਇਹ ਪ੍ਰਸੰਗ ਆਪਾਂ ਬਾਕੀ ਰਹਿੰਦਾ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸੋ ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਦੀ ਸਾਂਝ ਕਰਕੇ ਅਰਦਾਸ ਵਿੱਚ ਹਾਜ਼ਰੀ ਲਵਾਈਏ। ਪੁਰਾਤਨ ਭੂਮਾ ਹਮਾਰੀ ਅਪਰ ਮਾਲਕੀ ਸਗਲ ਬਿਦਾਰੀ। हे गोविंद हे गोपाल हे